नमस्कार आदाब सत श्री अकाल हमदर्द टीवी देखने वाले सारे दर्शकों का स्वागत है प्रोग्राम इमीग्रेशन मैटर्स ਦੇ मैं हाँ तरनजीत कौर घुम्मन हाजरा जी लैके तुहाडा अपना प्रोग्राम जिहदे विच असीं गलबात करांगे कैनेडियन इमीग्रेशन संबंधी। तुहाडा कोई भी सवाल है सानू अज ते लाइव प्रोग्राम च कॉल कर सकते हो। जिन्नियां भी सानू कॉल्स आउंदियां ने मेजॉरिटी कॉल्स जिहड़ियां ने नैनी नूं लैके बहुत आ रही ने कि नैनी दा प्रोसैस इस वक्त कित्थे चल रहा, साडा मैडिकल आ चुकिया, अगे कितना समा लगेगा। सो अज कोशिश करांगे जी तुहाडे सवालों के जवाब दिते जाण। नैनी दी एप्लीकेशनस लगाईयां ने, अपनी प्रोफाइल डिस्कस करना चाहुंदे हो या किसी भी तरीके दा इमीग्रेशन ਨੂੰ ਲੈ ਕੇ ਸਵਾਲ ਹੈਗਾ ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ 'ਚ ਕਾਲ ਕਰ ਸਕਦੇ ਹੋ। ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਅੱਜ ਦੇ ਮੁੱਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਗਲੋਬਲ ਵਿਲੇਜ ਇਮੀਗ੍ਰੇਸ਼ਨ ਤੋਂ ਮਿਸਟਰ ਹਰਮਨਜੋਤ ਸੋਢੀ। ਸਤਿ ਸ਼੍ਰੀ ਅਕਾਲ ਸਰ। ਇਮੀਗ੍ਰੇਸ਼ਨ ਮੈਟਰ ਦੇ ਸਾਰੇ ਲਿਸਨਰਸ ਨੂੰ ਵਿਊਅਰਸ ਨੂੰ ਹਰਮਨਜੋਤ ਸੋਢੀ ਵੱਲੋਂ ਸਤਿ ਸ਼੍ਰੀ ਅਕਾਲ, ਨਮਸਤੇ ਆਦਾਬ ਜੀ। ਕੀ ਹਾਲ ਚਾਲ ਸਰ? ਮੇਰਾ ਤਾਂ ਹਮੇਸ਼ਾ ਚੰਗਾ ਹੁੰਦਾ बहुत बढ़िया सर। जिवें क्लाइंट्स जिस तादाद दे नाल कैनेडा पहुंच रहे हैं नैनी क्लाइंट्स तो अपने आप ਨੂੰ ਬੜੀ ਖੁਸ਼ੀ ਮਿਲਦੀ ਕਿ ਜੋ ਕੰਮ 'ਚ ਪਿਆ ਤੇ ਉਹਦਾ ਸਹੀ ਉਹਦੇ ਹਿਸਾਬ ਨਾਲ ਲੋਕ ਪਹੁੰਚ ਰਹੇ ਹਨ ਜੀ। ਜਿਵੇਂ ਤੁਸੀਂ ਹੁਣੀ ਗੱਲ ਕੀਤੀ ਆ ਸਾਨੂੰ ਅਕਸਰ ਕਾਲਸ ਆਉਂਦੀਆਂ ਨੇ ਨੈਨੀ ਦੀ ਐਪਲੀਕੇਸ਼ਨਸ ਨੂੰ ਲੈ ਕੇ। ਸਭ ਤੋਂ ਪਹਿਲਾਂ ਤਾਂ ਦੱਸੋ ਕਿ ਕੀ ਨੈਨੀ ਦੀਆਂ ਐਪਲੀਕੇਸ਼ਨਸ ਦੀ ਪ੍ਰੋਸੈਸਿੰਗ ਹੋ ਰਹੀ ਹੈ? ਹੁਣ ਅੱਗੇ ਤੋਂ ਬਹੁਤ ਫਾਸਟਰ ਹੋ ਗਈ ਹੈ ਪ੍ਰੋਸੈਸਿੰਗ। ਜਿਹੜੇ ਲੋਕਾਂ ਦੇ 2019 ਵਿੱਚ ਕੇਸ ਲੱਗੇ ਸੀ ਉਹਨਾਂ ਨੂੰ वर्क परमिट मिलते 3 साल 2.5 पौने 3 साल का टाइम लग रहा सी। वो भी कई परिवार मेरे तो इत्थे पहुंचे हैं पर नाल प्रोसैसिंग इन्नी फास्ट हो गई है कि जिन्होंने लोगों के कई जो मेरे क्लाइंट्स हैं जिन्हों की एप्लीकेशन होम चाइल्ड केयर प्रोवाइडर पायलट दे विच 1 जनवरी 2022 ਨੂੰ ਲੱਗੀ ਸੀ, ਉਹਨਾਂ ਨੂੰ वर्क परमिट मिल चुका, वो कैनेडा पहुंच चुके। ओके 2022 वाले 2022 जनवरी सैशन ਦੇ ਜਿਹੜੇ ਜਿਨ੍ਹਾਂ ਦੀ ਮੈਂ ਐਪਲੀਕੇਸ਼ਨ ਲਗਾਈ ਸੀ ਉਹ ਕੈਨੇਡਾ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪਾਇਲਟ ਤੇ ਇੱਕ ਕਲਾਇੰਟ ਤੇ ਇੱਕ ਹੋਮ ਸਪੋਰਟ ਵਰਕਰ ਵਾਲਾ ਕਲਾਇੰਟ ਮੇਰਾ, 2 ਕਲਾਇੰਟ ਮੇਰੇ ਕੈਨੇਡਾ ਆਲਰੇਡੀ ਪਹੁੰਚ ਚੁੱਕੇ ਹਨ। ਸੋ ਜਿਵੇਂ ਤੁਸੀਂ ਕਿਹਾ ਕਿ ਆਲਰੇਡੀ ਕੈਨੇਡਾ ਪਹੁੰਚ ਚੁੱਕੇ ਨੇ, ਸੋ ਪ੍ਰੋਸੈਸਿੰਗ ਵੀ ਇਸ ਵਕਤ ਚੱਲ ਰਹੀ ਹੈ ਤੇ ਹੁਣ ਇਸ ਵਕਤ ਕਿਹੜੀਆਂ ਫਾਈਲਸ ਚੱਲਦੀਆਂ ਪਈਆਂ ਨੇ, ਕਿਹੜੇ ਫਾਈਲਸ ਦੇ ਉੱਤੇ ਫੈਸਲੇ ਆ ਰਹੇ ਨੇ ਤੇ ਆਮ ਤੌਰ ਤੇ ਜੇ ਮੈਂ ਮੈਜੋਰਿਟੀ ਆਫ ਦ ਐਪਲੀਕੇਸ਼ਨਸ ਦੀ ਗੱਲ ਕਰਾਂ ਤਾਂ ਐਕਚੁਅਲੀ ਜਿਵੇਂ ਕਿ ਜਦ ਦਾ ਇਹ ਪ੍ਰੋਗਰਾਮ ਲਾਂਚ ਹੋਇਆ ਜਿਹੜਾ ਹੋਮ ਚਾਈਲਡ ਕੇਅਰ ਵਾਲਾ ਪ੍ਰੋਗਰਾਮ ਸੀ HCCPP, ਉਹ ਤਾਂ ਜਿਵੇਂ ਹੀ ਸ਼ੁਰੂ ਹੁੰਦਾ ਹੈ ਪਹਿਲੇ ਸਾਲ ਜ਼ਰੂਰ ਉਹ ਚੱਲਿਆ 11 ਮਹੀਨੇ 2020 ਦੇ ਵਿੱਚ, ਉਹ 11 ਮਹੀਨੇ ਚੱਲ ਕੇ ਨਵੰਬਰ 'ਚ ਬੰਦ ਹੋਇਆ। 2022 ਵਿੱਚ ਉਹ ਪ੍ਰੋਗਰਾਮ ਬੰਦ ਹੋ ਗਿਆ, 17 ਅਪ੍ਰੈਲ 2022 ਨੂੰ ਬੰਦ ਹੋ ਗਿਆ। ਜਦੋਂ ਇਹ ਪ੍ਰੋਗਰਾਮ 1 ਜਨਵਰੀ 2023 ਨੂੰ ਲਾਂਚ ਹੋਇਆ ਤੇ ਪਹਿਲੇ ਦਿਨ ਹੀ ਬੰਦ ਹੋ ਗਿਆ। ਮਤਲਬ 2023 ਦੀਆਂ ਜਿਹੜੀਆਂ ਐਪਲੀਕੇਸ਼ਨਸ ਹੈਗੀਆਂ ਉਹ 1 ਜਨਵਰੀ ਨੂੰ ਸ਼ੁਰੂ ਹੋਇਆ, 1 ਜਨਵਰੀ 2023 ਨੂੰ ਹੀ ਉਹ ਪ੍ਰੋਗਰਾਮ ਬੰਦ ਹੋ ਗਿਆ। ਪੂਰੇ ਸਾਲ ਵਿੱਚ ਅਸੀਂ ਕੋਈ ਉਹਦੀ ਐਪਲੀਕੇਸ਼ਨ ਨਹੀਂ ਲਗਾ ਸਕਦੇ। ਜਿਹੜਾ ਹੁਣ ਇਹ ਜਿਹੜਾ ਪ੍ਰੋਗਰਾਮ ਚੱਲ ਰਿਹਾ ਉਹ ਹੈ ਹੋਮ ਸਪੋਰਟ ਵਰਕਰ, ਬਜ਼ੁਰਗਾਂ ਨੂੰ ਸਾਂਭਣ ਵਾਲਾ, ਜਿਹਦੇ ਵਿੱਚ ਜਿਹੜੇ ਕਿਸੇ ਬਜ਼ੁਰਗ ਦੀ ਉਮਰ, ਬਜ਼ੁਰਗ ਤਾਂ ਨਹੀਂ ਆਪਾਂ ਕਹਿ ਸਕਦੇ ਪਰ ਚਲੋ 65 ਸਾਲ ਤੋਂ ਉੱਤੇ ਉਮਰ ਦੇ ਕੋਈ ਅਡਲਟ ਹੈਗੇ ਪਰ ਉਹ ਕੰਮ ਨਹੀਂ ਕਰਦੇ, ਘਰੇ ਬੈਠੇ ਹੈ, ਉਹ ਲੋਕ ਕੁਆਲੀਫਾਈ ਕਰ ਜਾਂਦੇ। ਕੋਈ ਕ੍ਰਿਟੀਕਲ ਇਲਨੈਸ ਦੇ ਵਿੱਚ ਹੈ ਜਾਂ ਸਿਰਫ 올ਡ ਏਜ ਹੀ ਹੈ ਤੇ ਉਹ ਕੁਆਲੀਫਾਈ ਕਰ ਸਕਦੇ ਹਨ ਹੋਮ ਸਪੋਰਟ ਵਰਕਰ ਪਾਇਲਟ ਦੇ ਥੱਲੇ ਆਪਣੀ ਐਪਲੀਕੇਸ਼ਨ ਲਗਾਉਣ ਵਾਸਤੇ। ਨਾਲ ਦੀ ਨਾਲ ਮੈਂ ਇਹ ਵੀ ਕਹਿਣਾ ਚਾਹ ਰਿਹਾ ਕਿ ਜਿਸ ਤਰ੍ਹਾਂ ਮੈਂ ਕਹਿ ਰਿਹਾ ਕਿ ਕਿਉਂਕਿ ਜ਼ਿਆਦਾ ਤਾਦਾਦ ਦੀ ਜਿਹੜੀ ਐਪਲੀਕੇਸ਼ਨਾਂ ਆਉਂਦੀਆਂ ਹਨ ਉਹ 1 ਜਨਵਰੀ ਤੋਂ ਸ਼ੁਰੂ ਹੋਣਾ ਹੁੰਦਾ ਹੈ। ਹਰ 1 ਜਨਵਰੀ ਨੂੰ ਪ੍ਰੋਗਰਾਮ ਨੇ ਬਦਲਣਾ ਹੁੰਦਾ ਹੈ ਤੇ ਉਹਦੇ ਵਿੱਚ 1650 ਸੀਟਾਂ ਲੈ ਕੇ ਜਿਹੜੀਆਂ ਤਾਂ ਐਪਲੀਕੇਸ਼ਨਸ ਗੇਨਿੰਗ ਐਕਸਪੀਰੀਅੰਸ ਵਾਲੀਆਂ, ਦੋ ਇਹਦਾ ਨਾ ਬਾਈਫਰਕੇਸ਼ਨ ਕਰਦਾ ਹੈਗੀਆਂ ਤਾਂ 2750 ਐਪਲੀਕੇਸ਼ਨਾਂ, ਪਰ ਜਿਹੜੀਆਂ 1650 ਐਪਲੀਕੇਸ਼ਨਸ ਹੈਗੀਆਂ ਉਹ ਹੈਗੀਆਂ ਗੇਨਿੰਗ ਐਕਸਪੀਰੀਅੰਸ ਵਾਲੀਆਂ। ਗੇਨਿੰਗ ਐਕਸਪੀਰੀਅੰਸ ਤੋਂ ਮਤਲਬ ਇਹ ਹੈਗਾ ਜਿਨ੍ਹਾਂ ਦੀ ਪਹਿਲਾਂ ਤਾਂ ਹੁੰਦਾ ਸੀ 24 ਮਹੀਨੇ ਤੋਂ ਘੱਟ ਜਿਹਦੇ ਕੋਲ ਐਕਸਪੀਰੀਅੰਸ ਹੁੰਦਾ ਸੀ ਉਹਨੂੰ ਕਹਿੰਦੇ ਸੀ ਗੇਨਿੰਗ ਐਕਸਪੀਰੀਅੰਸ ਹੋਇਆ। ਜੇ ਉਹਨੂੰ ਪੂਰਾ ਐਕਸਪੀਰੀਅੰਸ ਨਹੀਂ ਹੋਇਆ ਤੇ ਉਹ ਆਪਣੀ ਐਪਲੀਕੇਸ਼ਨ ਲਗਾ ਸਕਦਾ ਸੀਗਾ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪਾਇਲਟ ਜਾਂ ਹੋਮ ਸਪੋਰਟ ਵਰਕਰ ਦੇ ਥੱਲੇ। ਪਰ ਮਿਨਿਸਟਰ ਨੇ 30 ਅਪ੍ਰੈਲ ਨੂੰ ਅਨਾਉਂਸ ਕੀਤਾ ਕਿ ਹੁਣ ਸਿਰਫ 1 ਸਾਲ ਹੀ ਜਿਨ੍ਹਾਂ ਨੇ ਕੰਮ ਕੀਤਾ ਹੈਗਾ ਤੇ ਉਹ ਪਰਮਾਨੈਂਟ ਰੈਜ਼ੀਡੈਂਸੀ ਦੀ ਐਪਲੀਕੇਸ਼ਨ ਲੱਗ ਸਕਦੀ ਹੈ। ਸੋ ਜਿਹੜਾ ਕਲਾਇੰਟ ਇੱਥੇ ਪਹੁੰਚ ਜਾਂਦਾ ਹੈ ਤੇ ਉਹ 1 ਸਾਲ ਹੀ ਉਹਨੇ ਜੇ ਕੰਮ ਕੀਤਾ ਹੋਏ ਤਾਂ ਉਹਦੀ PR ਵਾਸਤੇ ਐਪਲੀਕੇਸ਼ਨ ਲੱਗ ਸਕਦੀ ਹੈ। ਇਹ ਹੁਣ April 30 2023 ਨੂੰ ਇਹ ਹੋਇਆ। ਉਹ ਗੇਨਿੰਗ ਐਕਸਪੀਰੀਅੰਸ ਹੈ, ਜਿਹਦਾ ਐਕਸਪੀਰੀਅੰਸ 1 ਸਾਲ ਤੋਂ ਘੱਟ ਦਾ ਹੈਗਾ ਉਹ ਗੇਨਿੰਗ ਐਕਸਪੀਰੀਅੰਸ ਹੈ ਜੀ। ਸੋ ਜਿਵੇਂ ਤੁਸੀਂ ਇਹਦੇ ਬਾਰੇ ਚ ਗੱਲ ਕੀਤੀ ਹੈ ਸਰ, ਇਸ ਵਕਤ ਜਿਵੇਂ ਤੁਸੀਂ ਕਿਹਾ ਬਜ਼ੁਰਗਾਂ ਨੂੰ ਸੰਭਾਲਣ ਵਾਲੀਆਂ ਐਪਲੀਕੇਸ਼ਨਸ ਹਜੇ ਪੈਂਡਿੰਗ ਹੈਗੀਆਂ ਨੇ, ਹਜੇ ਇਹਦੇ ਵਿੱਚ ਕੋਟਾ ਬਚਿਆ ਹੋਇਆ। ਸੋ ਜੇ ਕੋਈ ਅਪਲਾਈ ਕਰਨਾ ਚਾਹੁੰਦਾ ਸੋ ਕੀ ਇਹਦਾ ਪ੍ਰੋਸੈਸ ਜਿਹੜਾ ਹੈ ਜਾਂ ਇਹਦੇ ਲਈ ਜੋ ਵੀ ਡਾਕੂਮੈਂਟੇਸ਼ਨਸ ਇਕੱਠੀ ਕਰਨੀ ਆ ਜਾਂ ਜੋ ਵੀ ਸਾਨੂੰ ਬੈਂਕ ਦੇ ਵਿੱਚ ਸਟੇਟਮੈਂਟਸ ਦਿਖਾਉਣੀਆਂ ਨੇ, ਕੀ ਇਹ ਚਾਈਲਡ ਕੇਅਰ ਦੇ ਨਾਲੋਂ ਡਿਫਰੈਂਟ ਪ੍ਰੋਸੈਸ ਹੈ ਜਾਂ ਸੇਮ ਹੀ ਪ੍ਰੋਸੈਸ ਸੇਮ ਹੈ? ਬਸ ਚਾਈਲਡ ਕੇਅਰ ਦੀਆਂ ਐਪਲੀਕੇਸ਼ਨ ਬਹੁਤ ਜਲਦੀ ਖਤਮ ਹੋ ਜਾਂਦੀਆਂ। ਹੋ ਸਕਦਾ ਬਜ਼ੁਰਗ ਜੇ ਠੀਕ ਠਾਕ ਉਹਨਾਂ ਨੂੰ ਤਬੀਅਤ ਉਹਨਾਂ ਦੀ ਖਰਾਬ ਜ਼ਿਆਦਾ ਨਹੀਂ ਹੈ ਤੇ ਇੰਨੇ ਲੋਕਾਂ ਨੂੰ ਲੋੜ ਨਹੀਂ ਹੈ ਕਿਉਂਕਿ ਆਪਣੀ ਕਮਿਊਨਿਟੀ ਵਿੱਚ
ਘਰ ਦੇ ਵਿੱਚ ਹੀ ਜ਼ਿਆਦਾਤਰ ਜਿਹੜੇ ਦੇਖਭਾਲ ਬਜ਼ੁਰਗ ਕੀਤੀ ਹੈਗੇ ਜਾਂਦੀ ਆਪਣੇ ਘਰਾਂ ਵਿੱਚ ਹੀ ਰਹਿੰਦੇ ਆ, ਉਹ ਬੱਚੇ ਉਹਨਾਂ ਦੇ ਨਾਲ ਉਹਨੂੰ ਕਰਦੇ ਆ। ਸੋ ਇਹ ਕਿ ਜਿਹੜਾ ਪ੍ਰੋਸੈਸ ਹੈਗਾ, ਚਾਹੇ ਉਹ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਦਾ ਹੋਏ ਜਾਂ ਹੋਮ ਸਪੋਰਟ ਵਰਕਰ ਦੀ ਐਪਲੀਕੇਸ਼ਨ ਦਾ ਹੋਏ, ਜਿਹੜਾ ਪ੍ਰੋਸੈਸ ਉਹ ਹੈ ਸਾਰਾ ਸੇਮ ਹੈ, ਜਿਹਦੇ ਵਿੱਚ ਕਿ ਜਿਹੜਾ ਕਿ ਜਿਹਨੇ ਬਾਹਰਲੇ ਦੇਸ਼ ਤੋਂ ਆਉਣਾ ਹੈ ਉਹਦੇ ਕੋਲ ਇੱਕ ਜਿਹੜੀ ਐਜੂਕੇਸ਼ਨ ਹੈ ਪੋਸਟ ਸੈਕੰਡਰੀ ਐਜੂਕੇਸ਼ਨ ਹੋਈ, ਜਿਹਦਾ ਮਤਲਬ ਕਿ 12 ਦੇ ਬਾਅਦ 1 ਸਾਲ ਦੀ ਹੋਰ ਐਜੂਕੇਸ਼ਨ ਲਿੱਤੀ ਹੈ। ਜੇ ਉਹੀ ਜਿਹੜਾ ਕਲਾਇੰਟ ਹੈਗਾ ਉਹ ਕੈਨੇਡਾ ਦੇ ਵਿੱਚ ਹੈ, ਇੱਥੇ ਜਿਵੇਂ ਐਜੂਕੇਸ਼ਨ ਲਿੱਤੀ 2 ਸਾਲ ਦੀ ਐਜੂਕੇਸ਼ਨ ਲਿੱਤੀ ਤਾਂ ਪੋਸਟ ਸੈਕੰਡਰੀ ਵਿੱਚ ਆ ਗਈ, ਜਿਹੜਾ ਇੱਥੇ ਦਾ ਸਟੂਡੈਂਟ ਵੀਜ਼ਾ ਤੇ ਵਾਲਾ ਬੱਚਾ ਹੈਗਾ ਉਹ ਵੀ ਪੋਸਟ ਜਦੋਂ ਸੈਕੰਡਰੀ ਉਹਦੀ ਐਜੂਕੇਸ਼ਨ ਹੋਊਗੀ ਉਹ ਵੀ ਅਪਲਾਈ ਕਰ ਸਕਦਾ ਇਹ ਪ੍ਰੋਗਰਾਮ ਦੇ ਥੱਲੇ। ਤੇ ਜਿਹੜਾ ਇੱਕ ਤਾਂ ਹੋਈ ਉਹਦੀ ਐਜੂਕੇਸ਼ਨ, ਦੂਜਾ ਉਹਦੇ ਕੋਲ ਆਇਲਟਸ ਜਿਹੜਾ ਕਿ ਇੰਗਲਿਸ਼ ਦਾ ਟੈਸਟ ਹੈ, ਉਹਦੇ CLB 5 ਹੋਣੀ ਚਾਹੀਦੀ। ਉਹਦਾ ਮਤਲਬ ਇਹ ਕਿ ਰੀਡਿੰਗ ਵਿੱਚੋਂ 4 ਬੈਂਡ ਤੇ ਬਾਕੀ ਸਾਰੇ ਮੋਡਿਊਲ ਵਿੱਚੋਂ 5 ਬੈਂਡ ਉਹਦੇ ਹੋਣੇ ਚਾਹੀਦੇ। ਤੇ ਉਹਦੇ ਕੋਲ ਜਿਹੜੀ ਉਹਦੀ ਐਜੂਕੇਸ਼ਨ ਹੈ, ਕਿਉਂਕਿ ਜੇ ਤੁਸੀਂ ਬਾਹਰਲੇ ਦੇਸ਼ਾਂ 'ਚ ਰਹਿੰਦੇ ਹੋ ਤੇ ਤੁਹਾਨੂੰ ਉਹਦੇ ਆਪਣੇ ਡਾਕੂਮੈਂਟਸ ਦੀ ਇਵੈਲੂਏਸ਼ਨ ਕਰਾ ਕੇ ਪਤਾ ਲਗਾਉਣਾ ਹੁੰਦਾ ਹੈ ਕਿ ਕੀ ਉਹਦੀ ਐਜੂਕੇਸ਼ਨ 1 ਸਾਲ ਪੋਸਟ ਸੈਕੰਡਰੀ ਹੈ ਕਿ ਨਹੀਂ। ਮੇਰੇ ਕੋਲ ਕਈ ਇਸ ਤਰ੍ਹਾਂ ਦੇ ਕੇਸ ਆ ਰਹੇ ਹਨ ਜਿਹਦੇ ਵਿੱਚ 12 ਪਾਸ ਕਰਕੇ ਲੋਕਲ ਜਿਹੜੇ ਇੰਸਟੀਟਿਊਸ਼ਨਸ ਹੈਗੇ ਬਾਹਰਲੇ ਦੇਸ਼ਾਂ ਦੇ ਵਿੱਚ ਉਹਨਾਂ ਨੂੰ 1 ਸਾਲ ਦਾ ਕੋਈ ਕੰਪਿਊਟਰ ਦਾ ਕੋਰਸ ਕਰਾ ਦਿੰਦੇ ਆ, ਜਾਂ ਕੋਈ ਉਹਨਾਂ ਨੂੰ ਨੈਨੀ ਦਾ ਹੀ 1 ਸਾਲ ਦਾ ਸਰਟੀਫਿਕੇਟ ਲੈ ਦਿੰਦੇ। ਜਦ ਤੱਕ ਉਹ ਵੈਰੀਫਾਈਬਲ ਨਹੀਂ ਹੋਏਗਾ, ਜਿਹੜੀਆਂ 5 ਵੈਰੀਫਾਈਬਲ ਇੰਸਟੀਟਿਊਸ਼ਨਸ ਹੈਗੀਆਂ ਜਿਹੜਾ ਕਿ ਤੁਹਾਡੀ ਐਜੂਕੇਸ਼ਨ ਨੂੰ ਵੈਰੀਫਾਈ ਕਰਦੀਆਂ, ਤਦ ਤੱਕ ਉਹ ਕੁਆਲੀਫਾਈ ਨਹੀਂ ਕਰ ਸਕਣਗੇ ਉਹਨੂੰ ਪੋਸਟ ਸੈਕੰਡਰੀ ਐਜੂਕੇਸ਼ਨ ਨਹੀਂ ਮੰਨਿਆ ਜਾਏਗਾ। ਤੇ ਉਹ ਫਿਰ ਇਹ ਜਿਹੜਾ ਨੈਨੀ ਪ੍ਰੋਗਰਾਮ, ਜਿਹਨੂੰ ਆਪਾਂ ਨੈਨੀ ਤੇ ਕੇਅਰ ਗਿਵਰ, ਨੈਨੀ ਹੋ ਗਿਆ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪਾਇਲਟ, ਜਾਂ ਜਿਵੇਂ ਕੇਅਰ ਗਿਵਰ ਕਹਿੰਦੇ ਤਾਂ ਹੋਮ ਸਪੋਰਟ ਵਰਕਰ ਹੋ ਗਿਆ, ਉਹਦੇ ਥੱਲੇ ਉਹ ਕੁਆਲੀਫਾਈ ਨਹੀਂ ਉਹ ਵਾਲੀ ਐਪਲੀਕੇਸ਼ਨ ਹੋਏਗੀ। ਇਹ ਤਾਂ ਹੋਇਆ ਕਲਾਇੰਟ ਹੈ ਜਿਹੜਾ। ਅੱਛਾ, ਉਹ ਕਲਾਇੰਟ ਦੇ ਵਿੱਚ ਜਿਵੇਂ ਪੋਸਟ ਸੈਕੰਡਰੀ ਐਜੂਕੇਸ਼ਨ ਹੋ ਗਈ, ਚਲੋ ਆਪਾਂ ਇਸ ਤਰ੍ਹਾਂ ਕਹਿੰਦੇ ਉਹਨੇ BA ਕੀਤੀ ਹੋਏ, ਮਾਸਟਰਸ ਕੀਤੀ ਹੋਏ, MPhil ਕੀਤੀ ਹੈ, PhD ਕੀਤੀ ਹੈ, ਇਹ ਤਾਂ ਹੋ ਗਿਆ ਉਹ ਜਿਹੜਾ ਕਿ ਪ੍ਰਿੰਸੀਪਲ ਐਪਲੀਕੈਂਟ ਹੈ। ਜੇ ਉਹ ਮੈਰਿਟ ਹੈ ਤੇ ਉਹਦਾ ਸਪਾਊਸ ਜੇ ਅਨਪੜ੍ਹ ਵੀ ਹੈ ਉਹ ਵੀ ਨਾਲ ਆ ਸਕਦਾ, ਉਹਨੂੰ ਆਇਲਟਸ ਕਰਨ ਦੀ ਲੋੜ ਕੋਈ ਨਹੀਂ, ਬੱਚੇ ਵੀ ਨਾਲ ਇਹਦੇ ਵਿੱਚ ਆ ਸਕਦੇ। ਇਹ ਤਾਂ ਹੋ ਗਿਆ ਜਿਵੇਂ ਜਿਹੜਾ ਕਿ EMPLOYEE ਆ ਉਹਦੀ ਕੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ। ਜਿਹੜਾ EMPLOYER ਹੈਗਾ ਉਹਦੇ ਵਿੱਚ ਇਹ ਹੈ ਕਿ ਜੇ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪਾਇਲਟ ਥੱਲੇ ਕਿਸੇ ਨੇ ਬੁਲਾਉਣਾ ਹੈ ਕਿਸੇ ਨੂੰ, ਤੇ ਇੱਕ ਤਾਂ ਉਹਦੇ 'ਚ ਇਹ ਵੀ ਹੈ ਕਿ ਜੇ ਤੁਹਾਡਾ ਉਹ ਬਲੱਡ ਰਿਲੇਸ਼ਨ ਵੀ ਹੈ, ਸਪੋਜ਼ ਕਰੋ ਜਿਹੜੀ ਲੇਡੀ ਬਾਹਰਲੇ ਦੇਸ਼ ਤੋਂ ਆ ਰਹੀ ਹੈ ਤੇ ਜਿਹੜਾ ਉਹਨੂੰ ਬੁਲਾ ਰਹੀ ਹੈ ਉਹ ਉਹਦੀ ਰੀਅਲ ਸਿਸਟਰ ਹੈ, ਉਹ ਉਸ ਕੇਸ ਦੇ ਵਿੱਚ ਵੀ ਉਹ ਕੁਆਲੀਫਾਈ ਕਰ ਜਾਂਦੀ ਹੈ, ਉਹਦੀ ਅਲਾਉਡ ਹੈ, ਜਦ ਤੱਕ ਕਿ ਜਿਹੜੇ ਇਨਸਾਨ ਨੇ EMPLOYEE ਬਣ ਕੇ ਆਉਣਾ ਹੈ ਉਹ ਕੁਆਲੀਫਾਈਡ ਹੈ। ਮਤਲਬ ਕਿ ਬਲੱਡ ਰਿਲੇਸ਼ਨ 'ਚ ਵੀ ਤੁਸੀਂ ਕਿਸੇ ਨੂੰ ਬੁਲਾ ਸਕਦੇ ਹੋ ਐਜ਼ ਐਨ EMPLOYEE ਬਟ ਜਾਂ EMPLOYER, ਬਟ ਇਹ ਡਿਪੈਂਡ ਕਰਦਾ ਕਿ ਪਰਸਨ ਸਾਹਮਣੇ ਵਾਲਾ ਕੁਆਲੀਫਾਈ ਕਰ ਰਿਹਾ ਜਾਂ ਨਹੀਂ। ਹਾਂ, ਇੱਕ ਤਾਂ ਕੁਆਲੀਫਾਈ ਕਰ ਰਿਹਾ, ਇੱਕ ਜਿਹੜੀ ਲੜਕੀ ਜਾਂ ਜਿਹੜਾ ਕਿਉਂਕਿ ਮੁੰਡੇ ਵੀ ਇਹਦੇ ਵਿੱਚ ਉਤਰੇ ਮੇਰੇ ਥਰੂ, ਜਿਹੜਾ EMPLOYEE ਹੈਗਾ ਉਹ ਕੀ ਕੁਆਲੀਫਾਈਡ ਹੈ, ਇਹ ਡਜ਼ਨਟ ਮੈਟਰ ਕਿ ਉਹ ਬਲੱਡ ਰਿਲੇਸ਼ਨ ਵਿੱਚ ਆਏ ਹੋਏ। ਕਿਉਂਕਿ ਮੇਰੇ ਕਈ ਕੇਸ ਵੀ ਜਿਸ ਤਰ੍ਹਾਂ ਹੋਇਆ ਕਿ ਸਿਸਟਰ ਨੇ ਸਿਸਟਰ ਨੂੰ ਬੁਲਾ ਲਿਆ ਆਪਣੇ ਬੱਚੇ ਸਾਂਭਣ ਵਾਸਤੇ, ਸਿਸਟਰ ਲੋ ਨੇ ਬੁਲਾ ਲਿਆ ਆਪਣੇ, ਜਿਵੇਂ ਸਿਸਟਰ ਲੋ ਆ ਗਈ ਇੱਥੇ ਆਪਣੇ ਹੀ ਫਾਦਰ ਲੋ ਨੂੰ ਦੇਖਣ ਵਾਸਤੇ। ਇਸ ਤਰ੍ਹਾਂ ਕਰਕੇ ਬਲੱਡ ਰਿਲੇਸ਼ਨ ਦੇ ਵਿੱਚ ਵੀ ਜਿਹੜਾ ਹੈਗਾ ਉਹਦੀ ਅਵੇਲੇਬਿਲਿਟੀ ਹੈ ਜਾਂ ਉਹਨੂੰ ਮੰਨਿਆ ਜਾਂਦਾ ਹੈ, ਐਸੀ ਗੱਲ ਨਹੀਂ। ਤੇ ਨਾਲ ਜਿਹੜਾ EMPLOYER ਹੈਗਾ, ਇੱਕ ਤਾਂ ਜੇ ਤਾਂ ਉਹਦੇ ਕੋਲ ਬੱਚੇ, ਕੋਈ ਪ੍ਰੈਗਨੈਂਟ ਵੂਮਨ ਹੈ ਜਿਹੜਾ EMPLOYER ਕੈਨੇਡਾ ਦੇ ਵਿੱਚ ਹੈ, ਜੇ ਕੋਈ ਪ੍ਰੈਗਨੈਂਟ ਵੂਮਨ ਹੈ ਜਾਂ ਉਹਦੇ ਸਕੂਲ ਗੋਇੰਗ ਏਜ ਦੇ ਬੱਚੇ ਹੈਗੇ 14 ਸਾਲ ਤੱਕ ਦੇ ਵੀ ਬੱਚੇ ਹੋਣ, ਉਹ ਕੁਆਲੀਫਾਈ ਕਰ ਸਕਦੀ ਹੈ ਆਪਣੇ ਬੱਚਿਆਂ ਨੂੰ ਸਾਂਭਣ ਵਾਸਤੇ, ਕਿਸੇ ਨੂੰ ਵੀ ਐਜ਼ ਐਨ EMPLOYEE ਬਾਹਰਲੇ ਦੇਸ਼ ਤੋਂ ਬੁਲਾ ਸਕਦੇ। ਜੇ ਬਜ਼ੁਰਗ ਹੈਗੇ 65 ਸਾਲ ਤੋਂ ਉੱਤੇ ਉਮਰ ਦੇ ਉੱਤੇ ਹੈਗੇ ਉਹ ਵੀ ਕੁਆਲੀਫਾਈ ਹੋ ਜਾਂਦੇ ਹੈ। ਪਰ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਕਈ ਵਾਰੀ ਜਿਹੜੇ ਬਜ਼ੁਰਗ ਹੈ ਬੱਚੇ ਨਹੀਂ ਉਹਨਾਂ ਦਾ ਸਾਥ ਦੇ ਰਹੇ ਹੁੰਦੇ ਕਿ ਵੀ, ਪਰ ਬਜ਼ੁਰਗ ਕਹਿੰਦੇ ਵੀ ਅਸੀਂ ਬਜ਼ੁਰਗ ਹੋ ਰਹੇ ਹਾਂ, ਅਸੀਂ ਕਿਸ ਨੂੰ ਮੰਗਾਉਣਾ ਚਾਹੁੰਦੇ, ਚਾਹੇ ਆਪਣਾ ਪੋਤਾ ਹੀ ਕਿਉਂ ਨਾ ਹੋ ਜਾਂ ਪੋਤੀ ਦੋਤੀ ਕਿਉਂ ਨਾ, ਅਸੀਂ ਉਹਨੂੰ ਬੁਲਾਉਣਾ ਚਾਹੁੰਦੇ ਜਿਹੜੀ ਸਾਡੀ ਸੇਵਾ ਵੀ ਕਰੇ ਨਾਲ ਸਾਡੇ ਕੋਲ ਆ ਕੇ ਰਹੇਗੀ ਜੇ ਉਹ ਕੁਆਲੀਫਾਈ ਕਰਦੀ। ਸੋ ਜਿਹੜੇ ਇਹ ਬਜ਼ੁਰਗ ਹੈ ਇਹਨਾਂ ਕੋਲ ਜੇ ਇਹਨਾਂ ਦੀ ਪੈਨਸ਼ਨ ਨਹੀਂ ਵੀ ਹੈਗੀ ਇਹਨਾਂ ਕੋਲ, ਪਰ ਜੇ ਇੱਕ ਸੈੱਟ ਅਮਾਊਂਟ ਸ਼ੋਅ ਕਰ ਲੈਣ, ਜਿਵੇਂ ਮੈਂ ਕਹਿੰਦਾ ਜਿਵੇਂ ਹਸਬੈਂਡ ਵਾਈਫ ਇਕੱਠੇ ਰਹਿ ਰਹੇ ਜਿਹਨਾਂ ਦੀ ਉਮਰ 65 ਸਾਲ ਤੋਂ ਉੱਤੇ ਹੈ ਔਰ ਘਰ ਹੀ ਬੈਠੇ ਹੈ ਤੇ ਉਹਨਾਂ ਨੂੰ ਪੈਨਸ਼ਨ ਆ ਰਹੀ ਹੈ, ਜਾਂ ਉਹਨੇ 70 ਸਾਲ ਉਮਰ ਹੈ ਉਹ ਘਰ ਹੀ ਬੈਠੇ ਪੈਨਸ਼ਨ ਆ ਰਹੀ ਹੈ, ਤੇ ਉਹਨਾਂ ਨੂੰ $61,000 ਦਿਖਾਣੇ ਪੈਣਗੇ ਤੇ ਉਹ ਸੈਲਫ ਸਫੀਸ਼ੀਐਂਟ ਹੋ ਜਾਣਗੇ। ਉਹਨਾਂ ਨੂੰ ਆਪਣੇ ਬੱਚਿਆਂ ਨੂੰ ਨਹੀਂ ਇੱਥੇ ਲੋਕਲ ਪੁੱਛਣ ਦੀ ਲੋੜ ਕਿ ਤੁਸੀਂ ਸਾਡੀ ਮਦਦ ਕਰੋਗੇ, ਆਪਣੇ ਨੋਟਿਸ ਅਸੈਸਮੈਂਟ ਦਿਖਾਓਗੇ ਕਿ ਨਹੀਂ ਦਿਖਾਓਗੇ, ਉਹ ਆਪਣੇ ਆਪ ਹੀ ਸੈਲਫ ਸਫੀਸ਼ੀਐਂਟ ਹੋ ਜਾਣਗੇ। ਕਿਸੇ ਨੂੰ ਵੀ ਬਾਹਰਲੇ ਦੇਸ਼ ਤੋਂ ਐਜ਼ ਅ ਕੇਅਰ ਗਿਵਰ ਮੰਗਾਉਣ ਵਾਸਤੇ, ਐਜ਼ ਅ ਆਪਣੇ ਨੂੰ ਸਾਂਭਣ ਵਾਸਤੇ ਅੰਡਰ ਹੋਮ ਸਪੋਰਟ ਵਰਕਰ, ਉਹਨਾਂ ਦੀ ਐਪਲੀਕੇਸ਼ਨ ਹੁਣ ਵੀ ਲੱਗ ਰਹੀ ਹੈ। ਅਜੇ ਤੱਕ ਅੱਜ
ਆਪਾਂ ਜੁਲਾਈ ਦੇ ਐਂਡ ਤੇ ਪਹੁੰਚੇ ਹੋਏ ਹਾਂ, ਅਜੇ ਵੀ ਉਹਨਾਂ ਦੀਆਂ ਐਪਲੀਕੇਸ਼ਨ ਲੱਗ ਰਹੀਆਂ। ਜੀ, ਜਿਵੇਂ ਤੁਸੀਂ ਗੱਲ ਕੀਤੀ ਐਪਲੀਕੇਸ਼ਨਸ ਅਜੇ ਵੀ ਲੱਗ ਰਹੀਆਂ ਨੇ ਤੇ ਉੱਥੇ ਹੀ ਦੂਜੇ ਪਾਸੇ ਕਈ ਅਜਿਹੇ ਵੀ ਹੁੰਦੇ ਆ ਕਿ ਜਿਹੜੇ ਪਿੱਛੋਂ ਬੀਐਡ ਐਮਐਡ ਕੀਤੀ ਹੋਈ ਆ ਜਾਂ ਬੀਐਸਸੀ ਨਰਸਿੰਗ ਕੀਤੀ ਹੋਈ ਆ, ਜੀਐਨਐਮ ਨਰਸਿੰਗ ਕੀਤੀ ਹੋਈ ਆ, ਕੀ ਉਹਨਾਂ ਨੂੰ ਪੜ੍ਹਾਈ ਕਰਨੀ ਜ਼ਰੂਰੀ ਹੈ? ਜਿਹੜਾ ਤੁਸੀਂ ਕਹਿੰਦੇ ਹੋ ਕਿ ਘੱਟੋ ਘੱਟ ਵੀ ਕੋਰਸ ਕਰਨਾ ਹੋਵੇ ਨੈਨੀ ਦਾ, ਸੋ ਕੀ ਇਹਨਾਂ ਲਈ ਵੀ ਜ਼ਰੂਰੀ ਹੈ ਕਿ ਪੜ੍ਹਾਈ ਕਰਨੀ ਪਏਗੀ? ਇਹਨਾਂ ਵਾਸਤੇ ਕੋਈ ਜ਼ਰੂਰੀ ਨਹੀਂ ਹੈ। ਜਿਵੇਂ ਮੈਂ ਇੱਕ ਐਗਜ਼ਾਮਪਲ ਦੇਣਾ, ਜੇ ਸਪੋਜ਼ ਕਰੋ ਕੋਈ ਨਰਸ ਹੈ, ਉਹ ਜਿੱਥੇ ਉਹ ਕੰਮ ਕਰ ਰਹੀ ਹੈ ਉੱਥੇ ਉਹ ਬਜ਼ੁਰਗਾਂ ਨੂੰ ਸਾਂਭਦੀ ਹੈ, ਇੱਥੇ ਉਹ ਬਜ਼ੁਰਗਾਂ ਨੂੰ ਸਾਂਭਣ ਵਾਸਤੇ ਆ ਰਹੀ ਹੈ, ਫਿਰ ਤਾਂ ਕੋਈ ਲੋੜ ਨਹੀਂ। ਪਰ ਜੇ ਉੱਥੇ ਉਹ ਬਜ਼ੁਰਗਾਂ ਨੂੰ ਸਾਂਭ ਰਹੀ ਹੈ ਪਰ ਇੱਥੇ ਬੱਚਿਆਂ ਨੂੰ ਸਾਂਭਣ ਆ ਰਹੀ ਹੈ, ਫਿਰ ਤਾਂ ਉਹਨੂੰ ਨੈਨੀ ਦੀ ਐਜੂਕੇਸ਼ਨ ਤਾਂ ਹਾਲਾਂਕਿ ਸੌਖੀ ਹੈਗੀ, ਪਰ ਐਜੂਕੇਸ਼ਨ ਤਾਂ ਆਪਾਂ ਨੂੰ ਲੈਣੀ ਪਏਗੀ। 6 ਮਹੀਨੇ ਦਾ ਕੋਰਸ ਹੈ, ਉਹ ਕੋਰਸ ਆਪਾਂ ਕਰ ਸਕਦੇ ਹਾਂ। ਇਹਦੇ 'ਚ ਮੈਂ ਇੱਕ ਗੱਲ ਹੋਰ ਵੀ ਕਹਿਣਾ ਚਾਹੁੰਦਾ, ਜਿਵੇਂ 12 ਪਾਸ ਬੱਚੇ ਹੈਗੇ ਆਉਣਾ, ਉਹ ਵੀ ਚਾਹੁੰਦੇ ਹੋ ਕਿਵੇਂ ਆਉਣ। ਇੱਕ ਤਰੀਕਾ ਹੈ ਕਿ ਉਹ ਇੰਡੀਆ ਵਿੱਚ ਕਿਸੇ ਮਾਨਤਾ ਪ੍ਰਾਪਤ ਇੰਸਟੀਟਿਊਸ਼ਨ ਤੋਂ, ਜਿਵੇਂ ਕਿ ਯੂਨੀਵਰਸਿਟੀ ਦੇ ਥੱਲੇ 1 ਸਾਲ ਦਾ ਕੋਈ ਐਜੂਕੇਸ਼ਨ ਆਪਣੀ ਲੈਣ। ਬਹੁਤ ਹੀ ਥੋੜੇ ਪ੍ਰੋਗਰਾਮ ਹਨ ਜਿਹੜੇ ਕਿ 1 ਸਾਲ ਵਾਲੇ, ਪਰ ਐਟ ਦਾ ਸੇਮ ਟਾਈਮ ਇਸ ਤਰ੍ਹਾਂ ਦੇ ਮੇਰੇ 5 ਕੇਸਿਸ ਹੋਏ ਹਨ ਜਿਹਦੇ ਵਿੱਚ ਜਿਵੇਂ ਉਮਰ ਵੀ ਵੱਧ ਗਈ, ਕਿਸੇ ਦੀ 35 ਸਾਲ ਹੋ ਗਈ ਉਮਰ, ਹੁਣ 12 ਪਾਸ ਹੈ ਤਾਂ ਕਿਵੇਂ ਹੋਈ। ਤੇ ਮੈਂ ਲੋਕਲ ਕੈਨੇਡਾ ਦੇ ਵਿੱਚ ਇੱਕ ਕਾਲਜ ਹੈਗੀ, ਆਨਲਾਈਨ ਮੈਂ ਐਜੂਕੇਸ਼ਨ ਉਹਨੂੰ ਲੈ ਦਿੰਦਾ, 10 ਮਹੀਨੇ ਦੀ ਐਜੂਕੇਸ਼ਨ ਹੈ, ਆਲਰਸ ਦੇ ਬਿਨਾਂ ਉਹਨਾਂ ਨੂੰ ਐਡਮਿਸ਼ਨ ਮਿਲ ਜਾਂਦੀ ਹੈ ਉਸ ਕਾਲਜ ਦੇ ਵਿੱਚ, ਤੇ ਆਨਲਾਈਨ ਪੜ੍ਹਾਈ ਹੋ ਜਾਂਦੀ ਹੈ। ਉਹ ਕਾਲਜ ਦਾ ਵਿੱਚ ਪੜ੍ਹ ਕੇ ਇਹ ਫਾਇਦਾ ਹੈਗਾ ਕਿ ਜਿਵੇਂ ਵੀ ਐਜੂਕੇਸ਼ਨ ਆਪਣੇ ਬਾਹਰਲੇ ਦੇਸ਼ਾਂ ਤੋਂ ਅਸੀਂ ਕਰਦੇ ਹਾਂ, ਕੈਨੇਡਾ ਨੂੰ ਛੱਡ ਕੇ ਬਾਹਰਲੇ ਦੇਸ਼ਾਂ ਤੋਂ ਕਰਾਂਗੇ ਤਾਂ ਉਹ ਡਾਕੂਮੈਂਟੇਸ਼ਨ ਦੀ ਇਵੈਲੂਏਸ਼ਨ ਹੁੰਦੀ ਹੈ, ਉਹਨੂੰ 2-3-4 ਮਹੀਨੇ ਲੱਗ ਜਾਂਦੇ, ਥੋੜਾ ਟਾਈਮ ਤੁਹਾਡਾ ਐਡ ਆਨ ਹੋ ਜਾਂਦਾ। ਨਾਲੇ ਇੰਡੀਆ ਦੀ ਐਜੂਕੇਸ਼ਨ ਹੈ 1 ਸਾਲ ਇਕੁਅਲ ਟੂ 1 ਸਾਲ, ਕੈਨੇਡਾ ਦੀ ਐਜੂਕੇਸ਼ਨ ਹੈ 8 ਮਹੀਨੇ ਇਕੁਅਲ ਟੂ 1 ਈਅਰ, ਕਿਉਂਕਿ ਇੱਥੇ 2 ਸਮੈਸਟਰ ਇਜ਼ ਇਕੁਅਲ ਟੂ ਪੋਸਟ ਸੈਕੰਡਰੀ। ਸੋ 2 ਸਮੈਸਟਰ ਦਾ ਪ੍ਰੋਗਰਾਮ 10 ਮਹੀਨੇ ਦਾ ਇੱਥੇ ਪ੍ਰੋਗਰਾਮ ਪੜ੍ਹ ਕੇ ਉਹਨਾਂ ਡਾਕੂਮੈਂਟਸ ਦੀ ਇਵੈਲੂਏਸ਼ਨ ਵੀ ਨਹੀਂ ਹੋਏਗੀ, ਔਰ ਤੁਸੀਂ ਆਪਣਾ ਅਪਲਾਈ ਕਰ ਸਕਦੇ ਹੋ ਐਜ਼ ਅ ਅੰਡਰ ਹੋਮ ਚਾਈਲਡ ਕੇਅਰ ਜਾਂ ਹੋਮ ਸਪੋਰਟ ਵਰਕਰ ਦੇ ਥੱਲੇ। ਜਿਹੜਾ 12ਵੀਂ ਪਾਸ ਇੰਡੀਆ 'ਚ ਸਟੂਡੈਂਟ ਹੈਗਾ ਜਾਂ ਬਾਹਰਲੇ ਦੇਸ਼ਾਂ 'ਚ ਹੈਗਾ, ਉਹ ਵੀ ਕੁਆਲੀਫਾਈ ਕਰ ਸਕਦਾ ਇੱਕ ਸਿਰਫ 10 ਮਹੀਨੇ ਦੀ ਪੜ੍ਹਾਈ ਕਰਕੇ ਵਰਸਸ 1 ਸਾਲ ਪੜ੍ਹ ਕੇ। ਨਾਲ 1 ਸਾਲ ਜਦੋਂ ਆਪਾਂ ਇੰਡੀਆ 'ਚ ਪੜ੍ਹਾਂਗੇ ਤਾਂ ਉਹ ਤਾਂ ਪ੍ਰੋਗਰਾਮ ਸੈਪਟੰਬਰ ਦੇ ਵਿੱਚ ਹੀ ਸ਼ੁਰੂ ਹੁੰਦੇ ਆ। ਉੱਥੇ ਕੈਨੇਡਾ ਦੀ ਤਰ੍ਹਾਂ 3 ਸਮੈਸਟਰ ਨਹੀਂ ਚੱਲਦੇ, ਜਨਵਰੀ, ਮਈ ਤੇ ਸੈਪਟੰਬਰ। ਉੱਥੇ ਸੈਪਟੰਬਰ ਤੋਂ ਹੀ ਐਜੂਕੇਸ਼ਨ ਸ਼ੁਰੂ ਹੋਣੀ ਹੈ, ਉਹ ਤੋਂ ਬਾਅਦ 1 ਸਾਲ ਸੈਪਟੰਬਰ ਟੂ ਸੈਪਟੰਬਰ, ਫਿਰ ਜਦੋਂ ਉਹਦੇ ਰਿਜ਼ਲਟ ਆਉਣਗੇ ਉਸ ਤੋਂ ਬਾਅਦ 2-3 ਮਹੀਨੇ ਹੋਰ, ਤੇ ਕਰਾ ਕੇ 1 ਸਾਲ ਦੀ ਐਜੂਕੇਸ਼ਨ ਜਾਂ ਜਦ ਤੱਕ ਤੁਹਾਨੂੰ ਸਰਟੀਫਿਕੇਟ ਮਿਲੇਗਾ ਤੁਹਾਡਾ 1.5 ਸਾਲ ਬੀਤ ਜਾਂਦਾ, ਤਾਂ ਟਾਈਮ ਸਾਡਾ ਜ਼ਿਆਦਾ ਵੇਸਟ ਹੁੰਦਾ ਉਸ ਕੇਸ ਵਿੱਚ। ਜੀ, ਜਿਵੇਂ ਤੁਸੀਂ ਉਹਨੀ ਜਾਣਕਾਰੀ ਦਿੱਤੀ ਹੈ, ਵੈਸੇ ਸਰ ਇਹਦਾ ਪੂਰਾ ਪ੍ਰੋਸੈਸ ਦਾ ਸਿਸਟਮ ਕੀ ਹੁੰਦਾ? ਕਈ ਵਾਰੀ ਸਾਨੂੰ ਕਾਲ ਆਉਂਦੀ ਹੈ ਕਿ ਸਾਡਾ ਮੈਡੀਕਲ ਹੋ ਗਿਆ, ਹਜੇ ਹੋਰ ਕਿੰਨਾ ਸਮਾਂ ਲੱਗੇਗਾ, ਜਾਂ ਸਾਡੇ ਡਾਕੂਮੈਂਟਸ ਹੋਰ ਮੰਗ ਲਏ ਗਏ ਨੇ, ਜਾਂ ਸਾਡੇ EMPLOYER ਨੂੰ ਕਾਲ ਆ ਗਈ ਹੈ ਕਿ ਤੁਹਾਨੂੰ ਜ਼ਰੂਰਤ ਹੈ ਹੁਣ ਨੈਨੀ ਦੀ ਜਾਂ ਨਹੀਂ ਹੈ। ਸੋ ਇਹਦੇ ਬਾਰੇ ਥੋੜਾ ਜਿਹਾ ਪ੍ਰੋਸੈਸ ਦਾ ਦੱਸਿਓ ਕਿ ਸਟੈਪ ਬਾਏ ਸਟੈਪ ਕਿਵੇਂ ਪ੍ਰੋਸੈਸ ਹੁੰਦਾ ਹੈ। ਦੇਖੋ, ਜਦੋਂ ਇੱਕ ਵਾਰੀ ਅਸੀਂ ਐਪਲੀਕੇਸ਼ਨ ਸਬਮਿਟ ਕਰਦੇ ਹਾਂ, ਜਿਵੇਂ ਜਨਵਰੀ ਦੇ ਵਿੱਚ ਹੁੰਦੀ ਹੈ, ਜਦੋਂ ਹੁਣ ਹੋਈਆਂ ਜਨਵਰੀ 'ਚ ਐਪਲੀਕੇਸ਼ਨ, ਜਿਹੜੇ ਤਾਂ ਸੀਗੇ ਪ੍ਰੋਗਰਾਮ ਹੋਮ ਸਪੋਰਟ, ਹੋਮ ਚਾਈਲਡ ਕੇਅਰ, ਬੱਚਿਆਂ ਨੂੰ ਸਾਂਭਣ ਵਾਲੇ ਪ੍ਰੋਗਰਾਮ ਸੀਗਾ, ਉਹਦੇ ਵਿੱਚ ਤਾਂ 2-2 ਮਹੀਨਿਆਂ ਦੇ ਬਾਅਦ ਉਹਦੇ ਫਾਈਲ ਨੰਬਰ ਆਉਣੇ ਸ਼ੁਰੂ ਹੋ ਗਏ। ਪਰ ਜਿਹੜੇ ਹੋਮ ਸਪੋਰਟ ਵਰਕਰ ਦੇ ਥੱਲੇ ਐਪਲੀਕੇਸ਼ਨ ਲੱਗੀ ਸੀ, ਉਹਦੇ ਵਿੱਚ 6-6 ਮਹੀਨੇ ਲੱਗ ਗਏ ਸੀ ਉਹਦੀ ਐਪਲੀਕੇਸ਼ਨ ਦਾ ਨੰਬਰ ਆਉਂਦੇ ਜਿਵੇਂ ਐਪਲੀਕੇਸ਼ਨ ਨੰਬਰ ਜਾਂ UCI ਨੰਬਰ ਆਉਂਦੇ। ਇੱਕ ਵਾਰੀ ਉਹ ਨੰਬਰ ਆਉਂਦਾ, ਉਹਦੇ ਨਾਲ ਜੇ ਤਾਂ ਕਿਸੇ ਨੇ ਕਦੀ ਪਹਿਲੇ ਟਾਈਮ ਦੇ ਉੱਤੇ ਵਿਜ਼ਟਰ ਵੀਜ਼ਾ ਜਾਂ ਸਟੱਡੀ ਪਰਮਿਟ ਲਗਾਇਆ, ਉਹਨਾਂ ਦੀ ਬਾਇਓਮੈਟ੍ਰਿਕ ਪਹਿਲਾਂ ਹੀ ਹੋ ਗਈ ਹੁੰਦੀ ਹੈ, ਤਾਂ ਫਿਰ ਬਾਇਓਮੈਟ੍ਰਿਕ ਨਹੀਂ ਆਉਂਦੀ ਐਪਲੀਕੇਸ਼ਨ ਨਾਲ। ਨਹੀਂ ਤਾਂ ਆਮ ਤੌਰ 'ਤੇ ਜਿਹਨੇ ਕਦੀ ਪਹਿਲਾਂ ਕੇਸ ਨਹੀਂ ਲਗਾਇਆ ਇਮੀਗ੍ਰੇਸ਼ਨ ਦੇ ਵੀ, ਤਾਂ ਉਹਦਾ ਐਪਲੀਕੇਸ਼ਨ ਨੰਬਰ ਆਉਂਦਾ ਤੇ ਨਾਲ UCI ਨੰਬਰ ਪਲੱਸ ਉਹਦਾ ਬਾਇਓਮੈਟ੍ਰਿਕ ਦੀ ਇੱਕ ਲੈਟਰ ਆ ਜਾਂਦੀ ਕਿ ਤੁਸੀਂ ਬਾਇਓਮੈਟ੍ਰਿਕ ਕਰਾ ਲਓ। ਡਾਊਨ ਦੀ ਰੋਡ ਜਿਵੇਂ 6 ਮਹੀਨੇ ਇਸ ਪ੍ਰੋਸੈਸ ਨੂੰ ਬੀਤ ਗਏ ਜਾਂ 2 ਮਹੀਨੇ ਇਸ ਪ੍ਰੋਸੈਸ ਨੂੰ ਬੀਤ ਗਏ, ਉਹਦੇ ਅਪਰੋਕਸੀਮੇਟਲੀ 6 ਮਹੀਨੇ ਬਾਅਦ ਮੈਡੀਕਲ ਆਉਂਦਾ। ਓਕੇ, ਜਦੋਂ ਕਿਸੇ ਦਾ ਮੈਡੀਕਲ ਆ ਗਿਆ ਤੇ ਉਹਦੇ ਬਾਅਦ ਜਿਹੜਾ ਅਗਲਾ ਪ੍ਰੋਸੀਜਰ ਹੈ, ਜੇ ਤਾਂ ਕਿਸੇ ਨੂੰ PFL ਪ੍ਰੋਸੀਜਰ ਫੇਅਰਨੈਸ ਲੈਟਰ ਆ ਜਾਂਦੀ, ਕਈ ਵਾਰੀ ਇਮੀਗ੍ਰੇਸ਼ਨ ਕਹਿੰਦੀ ਵੀ ਸਾਨੂੰ ਨਹੀਂ ਲੱਗਦਾ ਕਿ ਇਹਨੂੰ ਇਹ ਕੰਮ ਕਰ ਸਕਦੀ ਹੈ, ਜਾਂ EMPLOYER ਨੂੰ ਚਿੱਠੀ ਪਾ ਦਿੰਦੇ ਕਿ ਸਾਨੂੰ ਨਹੀਂ ਲੱਗਦਾ ਕਿ ਤੁਸੀਂ ਕੁਆਲੀਫਾਈ ਕਰੋਗੇ। ਫਿਰ EMPLOYER ਨੇ ਆਪਣੀਆਂ ਕਲੈਰੀਫਿਕੇਸ਼ਨ ਦੇਣੀਆਂ ਹੁੰਦੀਆਂ ਕਿ ਨਹੀਂ ਜੀ ਮੈਂ ਤਾਂ ਕਰ ਸਕਦਾ। ਮੈਂ ਇਹ ਵੀ ਕਹਿਣਾ ਚਾਹੁੰਦਾ ਕਈ ਸਰੋਤਿਆਂ ਨੇ, ਦਰਸ਼ਕਾਂ ਨੇ ਆਪਣੇ ਆਪ ਅਪਲਾਈ ਕੀਤਾ ਹੋਇਆ, ਜਾਂ ਇਸ ਤਰ੍ਹਾਂ ਦੀ ਪ੍ਰੋਸੀਜਰ ਫੇਅਰਨੈਸ ਲੈਟਰ ਆਈ ਹੈ ਤਾਂ ਮੈਨੂੰ ਕੰਟੈਕਟ ਕਰ ਸਕਦੇ ਹਾਂ। ਮੈਂ ਮਤਲਬ ਬਹੁਤ ਸਾਰੇ ਕੇਸਿਸ ਇਸ ਤਰ੍ਹਾਂ ਦੇ ਜਿਹੜੇ ਹੈਂਡਲ ਕੀਤੇ ਹੈ, ਤੇ ਉਹਦੇ ਨਾਲ ਇੱਕ ਉਹ ਜਿਵੇਂ ਉਹ ਲੈਟਰ ਆ ਗਈ, ਜਦੋਂ ਤੁਸੀਂ ਉਹਦਾ ਰਿਪਲਾਈ ਦਿੰਦੇ ਹੋ ਉਸ ਲੈਟਰ ਦਾ, ਉਹ ਲੈਟਰ ਦੇ ਰਿਪਲਾਈ ਦੇਣ ਤੋਂ ਬਾਅਦ ਜੇ ਤਾਂ ਉਹ ਆ ਜਾਂਦੀ ਲੈਟਰ PFL ਦੀ ਲੈਟਰ, ਤਾਂ ਮੈਂ ਕੁਝ ਕੇਸਿਸ ਇਸ ਤਰ੍ਹਾਂ ਦੇ ਦੇਖੇ ਹੈ ਜਿਹਦੇ ਵਿੱਚ ਮਹੀਨੇ ਦੇ ਵਿੱਚ ਉਹਨਾਂ ਦਾ ਵਰਕ ਪਰਮਿਟ ਆ ਜਾਂਦਾ ਸਾਰੀ ਫੈਮਿਲੀ ਦਾ। ਪਰ ਜੋ ਉਹ ਲੈਟਰ ਨਹੀਂ ਆ ਰਹੀ ਹੈ, ਪ੍ਰੋਸੀਜਰ ਫੇਅਰਨੈਸ ਲੈਟਰ EMPLOYER ਨੂੰ ਇੱਥੇ ਨਹੀਂ ਆਈ, ਤੇ ਅਪਰੋਕਸੀਮੇਟਲੀ ਜਦੋਂ ਮੈਡੀਕਲ ਹੁੰਦਾ, ਮੈਡੀਕਲ ਦੇ 4 ਜਾਂ 4.5 ਮਹੀਨੇ ਦੇ ਬਾਅਦ ਅਗਲਾ, ਚਾਹੇ ਉਹ ਵਰਕ ਪਰਮਿਟ ਦੇਣ ਜਾਂ ਕੁਝ ਉਹਨਾਂ ਨੂੰ ਹੋ, ਕੋਈ ਉਹਨਾਂ ਦੀ ਕਲੈਰੀਫਿਕੇਸ਼ਨ ਉਹਨੇ ਕੋਈ ਲੈਣੀ ਹੋਏ, ਤਾਂ ਅਪਰੋਕਸੀਮੇਟਲੀ ਇਹ ਸਾਰੇ ਪ੍ਰੋਸੀਜਰ ਨੂੰ ਜਿਹੜਾ ਹੁਣ ਮੈਂ ਕਹਿ ਰਿਹਾ 1.5 ਸਾਲ ਦੇ ਵਿੱਚ ਮੇਰੇ ਕਲਾਇੰਟਸ ਐਸੀ ਗੱਲ ਨਹੀਂ ਕਿ ਸਾਰੇ ਨਹੀਂ ਪਹੁੰਚੇ,
2021 ਵਾਲੇ ਵੀ ਅਜੇ ਬੈਠੇ ਹੋਏ, 2020 ਵਾਲੇ ਵੀ ਬੈਠੇ ਹੋਏ, ਕੁਝ ਜਿਸ ਤਰ੍ਹਾਂ ਦੀ ਕੇਸਿਸ ਜਾਂ ਫਾਈਲਸ ਹੈਗੀਆਂ ਜਿਹੜੀਆਂ ਕਿ ਰੁਕੀਆਂ ਹੋਈਆਂ। ਪਰ ਇਹ ਕਿ ਮੈਜੋਰਟੀ ਹੁਣ ਜਿਹੜਾ ਟਾਈਮ ਪੀਰੀਅਡ ਚੱਲ ਰਿਹਾ ਉਹ 1 ਜਨਵਰੀ 2022 ਦੀ ਜਿਹੜੀ ਐਪਲੀਕੇਸ਼ਨਸ ਮੈਂ ਮਿਲ ਕੇ ਆਇਆ ਸੀ ਉਹਨਾਂ ਨੂੰ ਲੱਗਿਆ ਸੀ ਵੀਜ਼ਾ, ਸੋ ਫਾਸਟਰ ਹੋ ਗਿਆ ਅੱਗੇ ਤੋਂ ਪ੍ਰੋਸੈਸ ਸਾਰਾ। ਜਿਵੇਂ ਤੁਸੀਂ ਫਾਸਟਰ ਦੀ ਗੱਲ ਕੀਤੀ ਆ ਸਰ, ਕੀ ਇਹਦੇ ਵਿੱਚ ਇੰਟਰਵਿਊ ਦੇ ਵੀ ਚਾਂਸਸ ਹੋ ਸਕਦੇ ਆ ਕਿਸੇ ਵੀ ਪਾਰਟੀ ਦੇ? ਤੇ ਲੈਟਸ ਕੀਪ ਦ ਫਿੰਗਰਸ ਕ੍ਰਾਸਡ। ਅੱਜ ਤੱਕ ਕੋਈ ਇੰਟਰਵਿਊ ਆਈ ਨਹੀਂ, ਜਿੱਥੇ ਇੰਟਰਵਿਊ ਨਹੀਂ ਆ ਰਹੀ ਉਹ ਚੰਗਾ, ਕਿਉਂਕਿ ਜਿੱਥੇ ਇੰਟਰਵਿਊ ਆਈ ਉੱਥੇ ਫਸ ਜਾਏਗਾ ਕੋਈ ਨਾ ਕੋਈ। ਓਕੇ, ਅਜੇ ਤੱਕ ਤਾਂ ਜਿਨ੍ਹਾਂ ਨੇ ਐਪਲੀਕੇਸ਼ਨ ਲਗਾਈ, ਜਿਨ੍ਹਾਂ ਦੀ ਲੱਗ ਗਈ, ਔਰ ਜੋ ਪੇਪਰ ਵਰਕ, ਜਿਵੇਂ ਤੁਸੀਂ ਇੱਕ ਕੁਐਸਚਨ ਪੁੱਛਿਆ ਨਾ, ਕੁਐਸਚਨ ਉਹ ਕਈ ਵਾਰੀ ਫੋਨ ਕਰ ਲੈਂਦੇ ਆ। ਜਿਹੜੇ ਕਲਾਇੰਟਸ ਡਾਇਰੈਕਟ ਫੇਸ ਕਰ ਰਹੇ ਉਹਨਾਂ ਨੂੰ ਥੋੜੀ ਪਰੇਸ਼ਾਨੀ ਆਉਂਦੀ, ਜੋ ਕੰਸਲਟੈਂਟ ਵਿੱਚ ਪਿਆ ਤਾਂ ਕੋਈ ਨਾ ਕੋਈ ਕਹਾਣੀ ਵੱਜ ਜਾਂਦੀ ਹੈ ਤੇ ਵੱਜ ਜਾਂਦਾ ਉਹ ਕੇਸ ਜੀ। ਸੋ ਇਹ ਕਿ ਇੰਟਰਵਿਊਜ਼ ਤਾਂ ਕੋਈ ਨਹੀਂ ਆ ਰਹੀਆਂ, ਕੇਸ ਇਹਨਾਂ ਨੇ ਲਗਾਏ ਹੈਗੇ, ਸਿੱਧਾ ਹੀ ਮੈਡੀਕਲ ਆ ਰਿਹਾ। ਜੇ ਮੈਡੀਕਲ ਆ ਗਿਆ ਤਾਂ ਮਤਲਬ ਨੈਕਸਟ ਸਟੈਪ ਵੀਜ਼ਾ ਹੈ, ਬਸ ਥੋੜਾ ਵੇਟ ਐਂਡ ਵਾਚ ਹੈ। ਥੋੜਾ ਜਿਹਾ ਇਹ ਹੈ ਕਿ ਪ੍ਰੋਸੈਸਿੰਗ ਦੇ ਸਮੇਂ ਨੂੰ ਲੈ ਕੇ ਅਜੇ ਕੁਝ ਗੱਲ ਕਹੀ ਨਹੀਂ ਜਾ ਸਕਦੀ, ਕਿਉਂਕਿ ਤਾਂ ਕਰਕੇ ਕਿ ਅਗਲਾ ਸਟੈਪ ਤੁਹਾਡਾ ਕਿਹੜਾ ਕਿੰਨੀ ਛੇਤੀ ਹੋ ਸਕਦਾ ਆ। ਸੋ ਸਰ, ਜਿਵੇਂ ਤੁਸੀਂ ਇਹਦੇ ਬਾਰੇ ਚ ਜਾਣਕਾਰੀ ਦਿੱਤੀ ਹੈ, ਜੇਕਰ ਕਿਸੇ ਦੀ ਰਿਫਿਊਜ਼ਲ ਆ ਜਾਂਦੀ ਹੈ, ਕਿ ਰਿਫਿਊਜ਼ਲ ਕੇਸਿਸ ਵਗੈਰਾ ਵੀ ਤੁਸੀਂ ਹੈਂਡਲ ਕਰਦੇ ਹੋ? ਬਿਲਕੁਲ, ਮੈਂ ਹੈਂਡਲ ਕੀਤੇ। ਮੈਂ ਪਿਛਲੇ ਸਾਲ ਕੋਈ 3 ਕੇਸਿਸ ਇਸ ਤਰ੍ਹਾਂ ਦੇ ਸੀਗੇ ਜਿਹੜੇ ਕਿ ਰਿਫਿਊਜ਼ਲ ਹੋ ਕੇ ਮਿਲੇ ਸੀ ਮੈਨੂੰ, ਤੇ ਉਹਦੇ ਵਿੱਚ ਉਹ 3 ਕੇਸਿਸ ਦੇ ਵਿੱਚ ਮੈਂ ਉਹਨਾਂ ਨੂੰ ਮਤਲਬ ਕਿ ਉਹਨਾਂ ਦੀ ਫਾਈਲ ਰੀਓਪਨ ਕਰਾ ਸਕਿਆ। ਉਹਨਾਂ ਚੋਂ 2 ਲੋਕ ਤਾਂ ਕੈਨੇਡਾ ਪਹੁੰਚ ਚੁੱਕੇ ਹੈ। ਓਕੇ। ਤੇ ਇਹਦੇ ਇਲਾਵਾ ਘੱਟੋ ਘੱਟ ਮੈਂ 8 ਜਾਂ 9 ਡਿਫਰੈਂਟ ਕੰਸਲਟੈਂਟਸ ਤੋਂ, ਜਾਂ ਜਿਹਨਾਂ ਨੇ ਆਪੇ ਅਪਲਾਈ ਕੀਤਾ ਸੀ, ਉਹਨਾਂ ਦੇ ਕੇਸਿਸ ਮੈਂ ਕਰ ਰਿਹਾ, ਜਿਹੜੇ ਕਿ ਉਹਨਾਂ ਨੇ ਮੈਨੂੰ ਮੇਰੇ 'ਤੇ ਵਿਸ਼ਵਾਸ ਜਤਾ ਕੇ ਮੇਰੇ ਨਾਲ ਕੀਤਾ। ਉਹ ਹੁਣ ਅਗਲੇ ਪ੍ਰੋਸੈਸ ਦੇ ਵਿੱਚ ਉਹ ਪਹੁੰਚ ਚੁੱਕੇ ਆ ਉਹ ਵਾਲੇ ਕੇਸਿਸ, ਕਿ ਜਿਹੜੇ ਲੋਕਾਂ ਦੇ ਰਿਫਿਊਜ਼ ਹੋ ਗਏ ਉਹ ਫਿਰ ਰੀਜ਼ਨ ਦੇਖਣਾ ਪੈਂਦਾ ਵੀ ਕਾਹਦੇ ਵਾਸਤੇ ਰਿਫਿਊਜ਼ ਹੋ ਗਈ, ਕਿ ਉਹ ਦੁਬਾਰਾ ਅਪਲਾਈ ਹੋ ਸਕਦਾ ਕਿ ਨਹੀਂ ਹੋ ਸਕਦਾ, ਕਿ ਉਹ ਪ੍ਰੋਗਰਾਮ ਇਸ ਵਾਰ ਚੱਲ ਰਿਹਾ ਜਾਂ ਇਸ ਵਾਰ ਨਹੀਂ ਚੱਲ ਰਿਹਾ। ਆਮ ਤੌਰ ਤੇ ਜਿਵੇਂ ਨੈਨੀ ਦੇ ਕੇਸਿਸ ਦੀ ਅਸੀਂ ਗੱਲ ਕਰਦੇ ਹਾਂ ਤਾਂ ਚਲੋ ਬੱਚੇ ਛੋਟੇ ਨੇ ਤਾਂ ਤੁਸੀਂ ਬੁਲਾ ਰਹੇ ਹੋ, ਪਰ ਜੇਕਰ ਦੂਜੇ ਪਾਸੇ ਕੋਈ ਵੀ ਕਿਸੇ ਵੀ ਸਰਕਮਸਟੈਂਸਸ ਵਿੱਚ ਕੋਈ ਚੇਂਜਸ ਆਉਂਦੇ ਆ, ਚਾਹੇ ਉਹ EMPLOYEE ਬਣੀ ਹੋਵੇ ਚਾਹੇ EMPLOYER ਬਣੀ ਹੋਵੇ, EMPLOYEE ਹੈ ਪਹਿਲਾਂ ਸਿੰਗਲ ਸੀ, ਉਸ ਤੋਂ ਬਾਅਦ ਮੈਰਿਜ ਹੋ ਗਈ ਹੈ ਤੇ ਹੁਣ ਨਾਲ ਸਪਾਊਸ ਐਡ ਹੋ ਚੁੱਕਿਆ ਵਾ, ਕਿ ਇਸ ਦੇ ਬਾਰੇ ਵਿੱਚ ਨਾਲ ਦੀ ਨਾਲ ਅਪਡੇਟ ਦੇਣੀ ਜ਼ਰੂਰੀ ਹੈ? ਕਈ ਵਾਰੀ ਇਹ ਸੋਚਦੇ ਨੇ ਵੀ ਉੱਥੇ ਪਹੁੰਚੀ ਉਸ ਤੋਂ ਬਾਅਦ ਵਿੱਚ ਅਸੀਂ ਨਾਮ ਐਡ ਕਰਵਾ ਦੇਵਾਂਗੇ। ਉਹ ਨਹੀਂ ਕਰਨਾ ਚਾਹੀਦਾ। ਜੋ ਵੀ ਕੋਈ ਚੇਂਜਸ ਆਉਂਦੀ ਹੈ, ਈਵਨ ਤੁਹਾਡਾ ਐਡਰੈਸ ਵੀ ਬਦਲਦਾ ਹੈ, ਤੁਹਾਨੂੰ 30 ਡੇਜ਼ ਦੇ ਵਿੱਚ ਇਨਫੋਰਮ ਕਰਨਾ। ਓਕੇ। ਤੇ ਇਵੇਂ ਹੁਣੇ ਰੀਸੈਂਟਲੀ ਹੋਇਆ ਸੀ ਕਿ ਮੇਰੇ ਕਿਸੇ ਕਲਾਇੰਟ ਦਾ ਮੈਡੀਕਲ ਆ ਗਿਆ, ਪਰ ਉਹਨਾਂ ਦਾ ਬੇਬੀ ਵੀ ਹੋ ਗਿਆ। ਸੋ ਹੁਣ ਗਵਰਨਮੈਂਟ ਨੂੰ ਇਹ ਗੁਜ਼ਾਰਿਸ਼ ਕੀਤੀ ਕਿ ਵੀ ਸਾਰੀ ਫੈਮਿਲੀ ਨੇ ਟੂਗੈਦਰ ਆਉਣਾ ਤਾਂ ਉਹਨੂੰ ਵੀ ਕੰਸੀਡਰ ਕੀਤਾ ਜਾਏ। ਬੇਬੀ ਨੂੰ ਅਸੀਂ ਐਡ ਆਨ ਕਰਾਤਾ ਵਿਦਨ 30 ਡੇਜ਼ ਐਪਲੀਕੇਸ਼ਨ ਦੇ ਵਿੱਚ। ਉਹ ਇਹ ਕਿ ਵੀ ਡਿਫਰੈਂਟ ਕੰਬੀਨੇਸ਼ਨ, ਕੋਈ ਜਿਹਨੇ ਅਪਲਾਈ ਕੀਤਾ ਸੀ ਉਹ ਸਿੰਗਲ ਸੀ, ਫਿਰ ਡਾਊਨ ਦੀ ਰੋਡ ਨੇ ਮੈਰਿਜ ਕਰਾ ਲਈ, ਉਹ ਇਨਫੋਰਮ ਕਰਤਾ। ਸੋ ਹੁਣ ਜੋ ਵੀ ਜੇ ਮੈਡੀਕਲ ਆਉਂਦਾ ਦੋਨਾਂ ਦਾ ਇਕੱਠੇ ਆ ਜਾਂਦਾ ਮੈਡੀਕਲ, ਸੋ ਇਹ ਇਨਫੋਰਮ ਕਰਨਾ ਚਾਹੀਦਾ। ਇਹ ਨਾ ਸੋਚ ਕੇ ਬੈਠੇ ਰਹੋ ਕਿ ਵੀ ਐਂਡ ਹੋ ਜਾਏਗਾ ਤੇ ਐਂਡ ਦੇ ਵਿੱਚ ਇੱਥੇ ਪਹੁੰਚ ਜਾਵਾਂਗੇ ਤੇ ਫਿਰ ਬਾਅਦ ਚ ਕੋਈ ਹੋਰ ਕਹਾਣੀਆਂ ਕਰਾਂਗੇ। ਲਗਭਗ 7 ਮਹੀਨੇ ਜਿਹੜੇ ਆ ਬੀਤਣ ਲੱਗੇ ਨੇ ਤੇ ਅਗਲਾ ਸਾਲ ਚੜਨ ਦੇ ਵਿੱਚ ਕੁਝ ਸਮਾਂ ਬਾਕੀ ਹੈ, ਕੁਝ ਮਹੀਨੇ ਬਾਕੀ ਨੇ, ਤੇ ਜੇ ਇਹਦੇ ਵਿੱਚ ਅਗਲੇ ਸਾਲ ਦੀਆਂ ਹੁਣ ਐਪਲੀਕੇਸ਼ਨਸ ਦੀ ਗੱਲ ਕੀਤੀ ਜਾਵੇ ਤਾਂ ਕੀ ਤਿਆਰੀਆਂ ਹੁਣੀ ਤੋਂ ਕਰ ਦੇਣੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਨੇ, ਤੇ ਕੀ ਜੇ ਚਾਹੀਦੀ ਆ ਡਾਕੂਮੈਂਟਸ ਚਾਹੀਦੇ ਆ? ਬਿਲਕੁਲ, ਇਹ ਬਹੁਤ ਅੱਛਾ ਕੁਐਸਚਨ ਹੈ, ਕਿਉਂਕਿ ਹੁੰਦਾ ਕੀ ਹੈ ਕਿ ਜਿਵੇਂ 1 ਜਨਵਰੀ ਤੋਂ ਇਹਨਾਂ ਨੇ ਲੱਗਣੀਆਂ ਐਪਲੀਕੇਸ਼ਨ, ਨਵੀਆਂ ਲੱਗਣੀਆਂ ਸ਼ੁਰੂ ਹੋਣਗੀਆਂ, ਚਾਹੇ ਹੋਮ ਸਪੋਰਟ ਵਰਕਰ ਦੀ ਪ੍ਰੋਗਰਾਮ ਐਪਲੀਕੇਸ਼ਨ 2023 ਦੀ ਖਤਮ ਹੋਏ ਨਾ ਖਤਮ, ਐਪਲੀਕੇਸ਼ਨ ਖਤਮ ਹੋ ਨਾ ਹੋਣ, ਕੋਟਾ ਖਤਮ ਹੋਏ ਨਾ ਹੋਏ, ਪਰ ਦੁਬਾਰਾ ਤੋਂ ਬਣਨੀਆਂ ਸ਼ੁਰੂ ਹੋ ਜਾਂਦੀਆਂ। ਅੱਜ ਕੱਲ੍ਹ ਮੈਂ ਜਿਹੜੇ ਲੋਕ ਬੱਚਿਆਂ ਨੂੰ ਸਾਂਭਣ ਵਾਸਤੇ ਅਪਲਾਈ ਕਰਨਾ ਚਾਹੁੰਦੇ, ਪੂਰੀ ਐਜ਼ ਅ ਫੈਮਿਲੀ ਅਪਲਾਈ ਕਰਨਾ ਚਾਹੁੰਦੇ ਆ, ਉਹਨਾਂ ਦੇ ਕੇਸਿਸ ਨੂੰ ਮੈਂ ਉਹਨਾਂ ਦੀ ਤਿਆਰੀ ਕਰਾ ਰਿਹਾ, ਉਹਨਾਂ ਦੇ ਜਿਹੜੇ ਡਾਕੂਮੈਂਟੇਸ਼ਨ ਦੀ ਲੋੜ ਹੈ। ਕਿਉਂਕਿ ਮੇਰਾ ਇਹ ਕਹਿਣਾ, ਜੋ ਚੈੱਕਲਿਸਟ 'ਤੇ ਲਿਖਿਆ ਉਹ ਤਾਂ ਹੈ ਹੀ ਹੈ, ਉਹਦੇ ਇਲਾਵਾ ਵੀ 40% ਜਿਹੜੇ ਕਿ ਮੈਨੂੰ ਇਹ ਪ੍ਰੋਗਰਾਮ ਨੈਨੀ ਦਾ ਪ੍ਰੋਗਰਾਮ ਸਪੈਸੀਫਿਕਲੀ ਕਰਦੇ ਹੋਏ 2004 ਆਨਵਰਡਸ ਤੋਂ ਮੈਂ ਕਰ ਰਿਹਾ। ਮੈਨੂੰ ਘੱਟੋ ਘੱਟ 18-19 ਸਾਲ ਹੋ ਗਏ ਸਿਰਫ ਨੈਨੀ ਪ੍ਰੋਗਰਾਮ ਨੂੰ ਸਪੈਸ਼ਲਾਈਜ਼ ਕਰਦੇ ਹੋਏ। ਸੋ ਜਿਹੜਾ ਹਰ 5 ਸਾਲ ਬਾਅਦ ਇਹ ਪ੍ਰੋਗਰਾਮ ਬਦਲਿਆ, ਤੇ ਜਿਹੜੀਆਂ ਡਾਕੂਮੈਂਟੇਸ਼ਨ ਪੁਰਾਣੇ ਪ੍ਰੋਗਰਾਮ ਦੀਆਂ ਸੀਗੀਆਂ ਉਹਨਾਂ ਨੂੰ ਅੱਗੇ ਲੈਂਦਾ ਆ ਕੇ ਮੈਂ ਮਤਲਬ ਹਿਊਜ ਐਪਲੀਕੇਸ਼ਨ ਤਿਆਰ ਕਰਾ ਕੇ ਹੀ ਇਮੀਗ੍ਰੇਸ਼ਨ ਨੂੰ ਭੇਜਦਾ, ਕਿ ਕੋਈ ਐਸਾ ਪੁਆਇੰਟ ਨਾ ਉਹਨੂੰ ਮਿਲ ਜਾਏ ਕਿ ਇਹ ਸਾਡੀ ਐਪਲੀਕੇਸ਼ਨ ਰਿਫਿਊਜ਼ ਹੋ ਸਕੇ ਕਿਸੇ ਪੁਆਇੰਟ ਆਫ ਵਿਊ 'ਤੇ। ਕੋਈ ਮੈਂ ਇੱਕ ਕੇਸ ਕਿਸੇ ਦਾ ਸਾਈਨ ਕੀਤਾ, ਉਹਨੇ ਕਿਹਾ ਜੀ ਮੇਰੇ ਤਾਂ ਸਾਰੇ ਪੇਪਰ ਬਣੇ ਹੋਏ ਤਿਆਰ ਹੈ, ਪਰ ਜਦੋਂ ਉਹ ਮੇਰੇ ਨਾਲ ਸਾਈਨ ਅਪ ਹੋਇਆ, ਉਹਨੂੰ ਜਿੰਨਾ ਮੈਂ ਭਜਾਨ ਉਠਾ ਕੇ ਉਹਨੂੰ ਕਾਗਜ਼ ਹੋਰ ਲਿੱਤੇ ਉਸ ਤੋਂ, ਉਹ ਕਹਿੰਦਾ ਮੈਂ ਤਾਂ ਇਹ ਬਣਾ ਹੀ ਨਹੀਂ ਸਕਦਾ ਸੀ ਜੋ ਤੁਸੀਂ ਮੇਰੀ ਐਪਲੀਕੇਸ਼ਨ ਤਿਆਰ ਕਰਕੇ ਦਿੱਤੀ ਹੈ। ਸੋ ਤੁਸੀਂ ਇਹ ਦੇਖ ਸਕਦੇ ਹੋ ਕਿ ਇੱਕ ਟੋਟੈਲਿਟੀ ਦੇ ਵਿੱਚ ਕਿ ਵੀ ਇਮੀਗ੍ਰੇਸ਼ਨ ਨੂੰ ਕੋਈ ਮੌਕਾ ਨਹੀਂ ਲੱਭਦਾ ਮੇਰੀ ਐਪਲੀਕੇਸ਼ਨ ਨੂੰ ਰਿਫਿਊਜ਼ ਕਰਨ ਦਾ। ਕੋਈ ਚੀਜ਼ ਅਸੀਂ ਛੱਡਦੇ ਹੀ ਨਹੀਂ, ਜੋ ਸੋਚਣਗੇ ਉਹ ਸੋਚ ਸਾਡੇ ਕੋਲ ਪਹਿਲਾਂ ਹੀ ਹੁੰਦੀ ਹੈ, ਕਿਉਂਕਿ ਇਹ ਐਕਸਪੀਰੀਅੰਸ ਦੇ ਨਾਲ ਆਉਂਦੀ ਹੈ। ਇਹ ਨਹੀਂ ਕਿ ਮੈਂ ਅੱਜ ਇਹ ਕੰਮ ਸ਼ੁਰੂ ਕਰਤਾ ਜਾਂ 2 ਸਾਲ ਪਹਿਲਾਂ ਸ਼ੁਰੂ ਕਰਤਾ। ਕੀ ਕੀਤਾ, ਤੁਹਾਨੂੰ ਹੋ ਸਕਦਾ 2 ਸਾਲ ਪਹਿਲਾਂ ਕੰਮ ਸ਼ੁਰੂ ਕੀਤਾ ਹੋਏ ਤੁਸੀਂ ਆਪਣੀ ਇਮੀਗ੍ਰੇਸ਼ਨ ਦਾ, ਪਰ ਤੁਸੀਂ ਕਿੰਨੀਆਂ ਕੁ ਐਪਲੀਕੇਸ਼ਨਾਂ ਲਾ ਲਈਆਂ ਹੋਣਗੀਆਂ ਨੈਨੀ ਦੀਆਂ। ਮੈਂ ਤਾਂ ਬਹੁਤ ਤਾਦਾਦ ਦੇ ਵਿੱਚ ਨੈਨੀ ਦੀਆਂ ਐਪਲੀਕੇਸ਼ਨ ਲਗਾਈਆਂ, ਨੈਨੀ ਤੇ ਕੇਅਰ ਗਿਵਰ ਦੀਆਂ ਬਹੁਤ ਸਾਲਾਂ ਤੋਂ ਕਰਦਾ ਆ ਰਿਹਾ, ਔਰ ਇਹਦੇ ਕਰਕੇ ਜਿਹੜਾ ਇੱਕ ਸਕਸੈਸ ਰੇਸ਼ੋ ਵੀ ਮੇਰੀ ਕੁਆਇਟ ਹਾਈ ਹੈ।
ਨੈਣੀ ਤੋਂ ਇਲਾਵਾ ਜਿਵੇਂ ਹੁਣ ਕਈ ਸਟੂਡੈਂਟਸ ਹੈਗੇ ਇੱਥੇ ਆ ਕੇ ਕਾਲਜ ਚੇਂਜ ਕਰਨਾ ਚਾਹੁੰਦੇ ਆ ਜਾਂ ਇੱਥੇ ਵਿਜ਼ਟਰ ਪਹੁੰਚੇ ਹੋਏ ਆ, ਇੱਥੇ ਹਜੇ ਏਜ ਹੈ ਆਪਣੀ ਸਕਿੱਲਸ ਨੂੰ ਨਿਖਾਰਨਾ ਚਾਹੁੰਦੇ ਆ, ਸਟੱਡੀ ਪਰਮਿਟ ਲੈਣਾ ਚਾਹੁੰਦੇ ਆ, ਕੀ ਉਹਨਾਂ ਦੀ ਵੀ ਹੈਲਪ ਕਰ ਸਕਦੇ ਹੋ? ਬਿਲਕੁਲ, ਮੈਂ ਬਹੁਤ ਸਾਰੇ ਕੇਸਿਸ ਕੀਤੇ हैं ਜਿਹਦੇ 'ਚ ਜਿਹੜੇ ਲੋਕ ਵਿਜ਼ਟਰ ਵੀਜ਼ਾ ਤੇ ਇੱਥੇ ਪਹੁੰਚੇ ਹਨ, ਚਾਹੇ ਉਹ 18 ਸਾਲ ਤੋਂ ਲੈ ਕੇ 45 ਸਾਲ ਤੱਕ, ਜੋ ਵੀ ਜਿਸ ਵੀ ਏਜ ਦਾ ਮੈਨੂੰ ਜਿਹੜਾ ਵਿਜ਼ਟਰ ਨੇ ਇਹ ਕਿਹਾ ਕਿ ਮੈਂ ਪੜ੍ਹਨਾ ਚਾਹੁੰਦਾ ਕੈਨੇਡੀਅਨ ਕਾਲਜ ਦੇ ਵਿੱਚ, ਉਹਨੂੰ ਮੈਂ ਕੈਨੇਡੀਅਨ ਕਾਲਜ ਵਿੱਚ ਐਡਮਿਸ਼ਨ ਲੈ ਕੇ ਦਿੱਤੀ ਆ। ਉਹਦਾ ਵੀਜ਼ਾ ਚਲੋ ਵਿਜ਼ਟਰ ਵੀਜ਼ਾ ਤਾਂ ਐਜ਼ ਇਟ ਇਜ਼ ਇੰਟੈਕਟ ਆਉਂਦਾ, ਪਰ ਉਹਨੂੰ ਇੱਕ ਐਡ ਔਨ ਵੀਜ਼ਾ ਲੈ ਕੇ ਦਿੱਤਾ ਹੈ, ਸਟੱਡੀ ਪਰਮਿਟ। ਓਕੇ, ਉਹ ਜਿਹੜਾ ਸਟੱਡੀ ਪਰਮਿਟ ਹੈਗਾ ਉਹ ਆਇਲਟਸ ਦੇ ਬਿਨਾਂ, ਉਹਦੇ 'ਚ ਆਇਲਟਸ ਦੀ ਕੋਈ ਲੋੜ ਨਹੀਂ। ਮੇਰਾ ਇੱਕ ਐਸਾ ਵੀ ਕਲਾਇੰਟ ਸੀਗਾ ਜਿਹਨੇ ਕਿ ਇੰਡੀਆ ਵਿੱਚ 7 ਬੈਂਡ ਲੈ ਕੇ ਸਟੱਡੀ ਬੇਸ ਤੇ ਰਿਫਿਊਜ਼ ਹੋ ਕੇ ਉਹਦਾ ਐਪਲੀਕੇਸ਼ਨ, ਉਹ ਸਟੂਡੈਂਟ ਕੈਨੇਡਾ ਵਿਜ਼ਟਰ ਵੀਜ਼ਾ ਤੇ ਪਹੁੰਚਿਆ। ਮੈਂ ਉਹਦੇ ਆਇਲਟਸ ਦੇ ਬਿਨਾਂ ਉਹਨੂੰ ਰਿਪਰੈਜ਼ੈਂਟ ਕਰਕੇ ਔਰ ਉਹਨੂੰ ਮੈਂ ਐਡਮਿਸ਼ਨ ਲੈ ਕੇ ਦਿੱਤੀ, ਔਰ ਮੈਨੂੰ ਇਹ ਕਿਹਾ ਸੀ ਕਿ ਜੇ ਤੇਰਾ ਵੀਜ਼ਾ ਲੱਗ ਗਿਆ ਤੇ ਆਪਾਂ ਫਿਰ ਤੈਨੂੰ ਉਸੇ ਕਮਿਊਨਿਟੀ ਕਾਲਜ ਭੇਜ ਦਾਂਗੇ ਜਿੱਥੇ ਤੂੰ ਜਾਣਾ ਚਾਹੁੰਦਾ। ਤੇ ਉਹੀ ਹੋਇਆ, ਉਹਦਾ ਵੀਜ਼ਾ ਵੀ ਲੱਗ ਗਿਆ। ਮੈਂ ਉਹਨੂੰ ਕਿਹਾ ਸੀ 6 ਹਫ਼ਤੇ ਲੱਗਣਗੇ, ਉਹਦਾ 2 ਹਫ਼ਤੇ 'ਚ ਹੀ ਲੱਗ ਗਿਆ ਵੀਜ਼ਾ। ਕੀ ਬਾਤ ਹੈ। ਇਹ ਹੈ ਕਿ ਵੀ ਮੈਂ ਕਾਫੀ ਕੇਸ ਕੀਤੇ, 100% ਰਿਜ਼ਲਟ ਚੱਲ ਰਿਹਾ। ਹਾਲਾਂਕਿ ਮੈਂ ਇਹ ਨਹੀਂ ਕਹਿੰਦਾ ਕਿ ਸਾਰਿਆਂ ਵਿੱਚ ਹੀ ਥਰੂ ਹੋਏਗਾ, ਪਰ ਜੋ ਵੀ ਮੈਂ ਕਰਦਾ ਇੱਕ 100% ਮੇਰਾ ਇਹ ਰਿਜ਼ਲਟ ਚੱਲ ਰਿਹਾ। ਜਿਹੜੇ ਲੋਕ ਕੈਨੇਡਾ ਦੇ, ਚਾਹੇ ਉਹ ਵਿਜ਼ਟਰ ਵੀਜ਼ਾ ਤੇ ਆਏ ਹਨ, ਚਾਹੇ ਉਹ ਕਈ ਵਾਰੀ ਕੀ ਹੁੰਦਾ ਕਿ ਵਰਕ ਪਰਮਿਟ ਤੇ ਆ ਕੇ ਵੀ ਕਈ ਵਾਰੀ ਕੁਝ, ਮੇਰੇ ਇੱਕ ਐਸਾ ਕਲਾਇੰਟ ਸੀ ਉਹਨੂੰ 6 ਮਹੀਨੇ ਦਾ ਵਰਕ ਪਰਮਿਟ ਮਿਲਿਆ ਤੇ ਉਹਨੂੰ ਸਮਝ ਨਹੀਂ ਆ ਰਹੀ ਸੀ ਹੁਣ ਕੀ ਕਰੀਏ। ਉਹਨੂੰ ਸਟੱਡੀ ਪਰਮਿਟ ਤੇ ਕੀਤਾ, ਉਹਨੂੰ ਸਟੱਡੀ ਪਰਮਿਟ ਹੋ ਗਿਆ ਹਾਲਤ ਦੇ ਬਿਨਾਂ। ਸਾਨੂੰ ਇੱਕ ਦਰਸ਼ਕ ਸਵਾਲ ਪੁੱਛ ਰਹੇ ਨੇ, ਅਸੀਂ ਵੈਸੇ ਹਮੇਸ਼ਾ ਪ੍ਰੈਫਰ ਕਰਦੇ ਹੁੰਦੇ ਆ ਕਿ ਕਾਲਸ ਕਰਕੇ ਤੁਸੀਂ ਸਵਾਲ ਪੁੱਛੋ ਤਾਂ ਜ਼ਿਆਦਾ ਵਧੀਆ ਤਰੀਕੇ ਨਾਲ ਤੁਹਾਡਾ ਸਵਾਲ ਦਾ ਜਵਾਬ ਦਿੱਤਾ ਜਾ ਸਕਦਾ ਆ। ਪਰ ਇੱਥੇ ਇੱਕ ਮੈਮ ਪੁੱਛ ਰਹੇ ਨੇ, ਕਹਿੰਦੇ ਕਿ ਮੈਡੀਕਲ ਉਹਨਾਂ ਦਾ ਪਾਸ ਹੋ ਚੁੱਕਿਆ 14 ਮਾਰਚ ਨੂੰ, ਫੀਸ ਵੀ ਜਾ ਚੁੱਕੀ ਹੈ ਤੇ ਹੋਰ ਡਾਕੂਮੈਂਟਸ ਵੀ ਸਬਮਿਟ ਹੋ ਚੁੱਕੇ ਨੇ 27 ਫਰਵਰੀ ਨੂੰ। ਇਸ ਤੋਂ ਅਗਲਾ ਸਟੈਪ ਕੀ ਹੋਏਗਾ? ਹੁਣ ਇਸ ਤੋਂ ਬਾਅਦ ਤਾਂ ਇੰਤਜ਼ਾਰ ਹੀ ਕਰੋ, ਜਿਵੇਂ ਕਿ ਵਰਕ ਪਰਮਿਟ ਹੀ ਆਏਗਾ ਇਸ ਤੋਂ ਅੱਗੇ। ਜੇ ਬਾਕੀ ਆਪਣੀਆਂ ਮੇਲ ਅੱਜ-ਕੱਲ ਉਹ ਨਾ ਥਰੂ ਮੇਲ ਵੀ ਭੇਜਣ ਲੱਗ ਗਏ। ਇੱਕ ਤਾਂ ਹੁੰਦਾ ਨਾ ਕਿ ਈਮੇਲ, ਉਹ ਸਰਫੇਸ ਮੇਲ ਦੇ ਉੱਤੇ ਵੀ। ਹੁਣ ਰੀਸੈਂਟਲੀ ਮੇਰੇ ਕਿਸੇ ਕਲਾਇੰਟ ਨੂੰ ਉਹਨਾਂ ਨੇ ਕਿਹਾ ਕਿ ਤੂੰ ਆਪਣੇ EMPLOYER ਨੂੰ ਕਹਿ ਅਸੀਂ ਸਰਫੇਸ ਮੇਲ ਤੇ ਕੋਈ ਚਿੱਠੀ ਭੇਜੀ ਹੈ। ਫਿਰ ਬਾਅਦ 'ਚ ਗੱਲ ਕਰਕੇ ਪਤਾ ਲੱਗਿਆ ਉਹ EMPLOYER ਨੇ ਤਾਂ 2 ਸਾਲ ਤੋਂ ਪਹਿਲਾਂ ਕੋਈ ਆਪਣਾ ਐਡਰੈਸ ਹੀ ਬਦਲ ਦਿੱਤਾ। ਸੋ ਇਹ ਕਿ ਜੇ ਕਿਸੇ ਦਾ ਐਡਰੈਸ ਬਦਲਦਾ ਹੈ ਜਾਂ ਕੁਝ ਵੀ ਚੇਂਜਸ ਆਉਂਦੀਆਂ, ਇਮੀਡੀਏਟਲੀ ਆਪਣੇ ਕੰਸਲਟੈਂਟ ਨੂੰ ਇਨਫਾਰਮ ਕਰੋ ਤਾਂ ਕਿ ਉਹ ਇਮੀਗ੍ਰੇਸ਼ਨ ਇਨਫਾਰਮ ਕਰੇ। ਸੋ ਇਹ ਕਿ ਵੀ ਇਹਨਾਂ ਦੇ ਵਿੱਚ ਤਾਂ ਇਹ ਕੇਸ ਵਿੱਚ ਤਾਂ ਹੁਣ ਇਹ ਇੰਤਜ਼ਾਰ ਹੀ ਕਰਨ, ਜੇ ਸਭ ਕੁਝ ਠੀਕ ਹੈ ਤਾਂ ਇਹਨਾਂ ਦਾ ਹੁਣ ਵਰਕ ਪਰਮਿਟ ਕਿਤੇ ਨੇੜੇ ਤੇੜੇ ਖੜਾ ਹੈ ਜੀ। ਸੋ ਚਲੋ ਜੀ, ਜਦੋਂ ਆਉਂਦਾ ਵਰਕ ਪਰਮਿਟ ਤਾਂ ਸਾਨੂੰ ਵੀ ਕਾਲ ਕਰਕੇ ਜ਼ਰੂਰ ਦੱਸਿਓ। ਤੇ ਨਾਲ ਦੀ ਨਾਲ ਹੁਣ ਸਮਾਂ ਇਜਾਜ਼ਤ ਲੈਣ ਵੱਲ ਨੂੰ ਅੱਗੇ ਵਧ ਰਿਹਾ। ਸਰ, ਨੈਣੀ ਦੀਆਂ ਕਿਸੇ ਨੇ ਫਾਈਲਸ ਲਗਾਉਣਾ ਚਾਹੁੰਦੇ ਆ ਤੁਹਾਡੇ ਕੋਲੋਂ ਜਾਂ ਫਿਰ ਕਿਸੇ ਵੀ ਪ੍ਰਕਾਰ ਦੀ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਲੈਣਾ ਚਾਹੁੰਦੇ ਆ, ਕਦੋਂ ਕਿਵੇਂ ਕਿੱਥੇ ਕੰਟੈਕਟ ਕਰ ਸਕਦੇ ਨੇ ਤੇ ਕੀ ਤੁਹਾਡਾ ਭਾਰਤ ਵਿੱਚ ਵੀ ਕੋਈ ਆਫਿਸ ਹੈ? ਹਾਂਜੀ ਬਿਲਕੁਲ, ਮੇਰਾ ਇੱਥੇ ਲੋਕਲ ਕੈਨੇਡਾ ਵਿੱਚ ਬਰੈਂਪਟਨ ਵਿੱਚ ਗੁਰਦੁਆਰਾ ਦਸ਼ਮੇਸ਼ ਦਰਬਾਰ ਵਾਲਾ ਪਲਾਜ਼ਾ 4515 ਐਬਨੀਜ਼ਰ ਰੋਡ ਯੂਨਿਟ 215 ਵਿਖੇ ਸਥਿਤ ਹੈ। 10 ਵਜੇ ਤੋਂ ਲੈ ਕੇ 6 ਵਜੇ ਤੱਕ ਅਸੀਂ ਐਵਰੀਡੇ ਸੇਵਾਵਾਂ ਦਿੰਦੇ ਹਾਂ, ਮੰਡੇ ਟੂ ਸੈਟਰਡੇ। ਅਤੇ ਮੇਰਾ ਇੱਕ ਆਫਿਸ ਮੋਹਾਲੀ ਪੰਜਾਬ ਇੰਡੀਆ 'ਚ ਹੈਗਾ, ਉਹ 6 ਫੇਜ਼ SCF 28 ਫੇਜ਼ 6 ਮੋਹਾਲੀ। ਉੱਥੇ ਵੀ ਮੰਡੇ ਟੂ ਸੈਟਰਡੇ ਸਾਡਾ 10 to 6 ਆਫਿਸ ਲੱਗਦਾ ਹੈ। ਔਰ ਜਿਹੜਾ ਹੈਗਾ, ਮੈਂ ਜਿਵੇਂ ਦੱਸਣਾ ਚਾਹ ਰਿਹਾ ਕਿ ਮੈਂ ਓਵਰ 21 ਈਅਰਸ ਤੋਂ ਇਮੀਗ੍ਰੇਸ਼ਨ ਦੀ ਸਰਵਿਸਿਜ਼ ਦਾ ਮੈਜੋਰਿਟੀ ਆਫ ਟਾਈਮ ਮੈਂ ਆਪਣੀ ਐਪਲੀਕੇਸ਼ਨ ਨੈਨੀ ਐਂਡ ਕੇਅਰਗਿਵਰ ਵਿੱਚ ਲਗਾਈ ਹੈ। ਪਹਿਲਾਂ ਤਾਂ ਇੱਕੋ ਹੀ ਪ੍ਰੋਗਰਾਮ ਹੁੰਦਾ ਸੀ ਨੈਨੀ ਕੇਅਰਗਿਵਰ, ਹੁਣ ਤਾਂ ਬਾਈਫਰਕੇਸ਼ਨ ਤਾਂ ਹੁਣ ਹੋਈ ਹੈ ਪਿਛਲੇ 5 ਸਾਲ ਤੋਂ। ਅਤੇ ਇਹਦੇ ਨਾਲ ਜੇ ਕਿਸੇ ਨੇ LMI ਜਾਂ ਲੋਕਲ ਇੰਪਲੋਇਰ ਨੂੰ ਕੋਈ ਨਹੀਂ ਇੰਪਲੋਈਜ਼ ਲੱਭ ਰਿਹਾ ਔਰ LMI ਕਰਾਉਣਾ ਚਾਹੁੰਦਾ, ਉਹ ਵੀ ਮੈਨੂੰ ਕੰਟੈਕਟ ਕਰ ਸਕਦਾ ਹੈ। ਸਟੱਡੀ ਬੇਸ ਵਾਸਤੇ ਵੀ ਐਡਮਿਸ਼ਨਸ ਲੈ ਕੇ ਦੇ ਰਹੇ ਸਾਰੇ ਆਲ ਓਵਰ ਕੈਨੇਡਾ ਦੇ ਵਿੱਚ। ਜਿਹੜੇ ਵੀ ਕਾਲਜ ਕਿਸੇ ਨੇ ਜਾਂ ਕਿਸੇ ਨੇ ਕਾਲਜ ਅਦਲਾ ਬਦਲੀ ਕਰਨੀ ਹੈ, ਉਹਦੇ ਵਾਸਤੇ ਵੀ ਮੈਂ ਸਟੂਡੈਂਟਸ ਦੀ ਮਦਦ ਕਰ ਸਕਦਾ। ਇਮੀਗ੍ਰੇਸ਼ਨ ਦੇ ਹੋਰ ਪ੍ਰੋਗਰਾਮ ਵਾਸਤੇ ਵੀ ਮੈਨੂੰ ਕੰਟੈਕਟ ਕੀਤਾ ਜਾ ਸਕਦਾ। ਜੀ ਬਿਲਕੁਲ, ਥੈਂਕ ਯੂ ਸੋ ਮਚ ਸਰ ਸਾਡੇ ਪ੍ਰੋਗਰਾਮ ਚ ਆਉਣ ਲਈ ਤੇ ਜਾਣਕਾਰੀ ਸਾਂਝੀ ਕਰਨ ਦੇ ਲਈ। ਥੈਂਕ ਯੂ ਸੋ ਮਚ ਫॉर ਗਿਵਿੰਗ ਮੀ ਟਾਈਮ। ਸੋ ਦੋਸਤੋ, ਅਸੀਂ ਸਾਡਾ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ। ਸੋ ਹਰਮਨਜੋਤ ਸੋਢੀ ਜੀ ਨੂੰ ਨੈਣੀ ਦੇ ਖੇਤਰ ਦੇ ਵਿੱਚ ਵੀ ਲੰਬਾ ਤਜਰਬਾ ਹਾਸਲ ਹੈ। ਇਸ ਤੋਂ ਇਲਾਵਾ ਵੀ ਇਮੀਗ੍ਰੇਸ਼ਨ ਸੰਬੰਧੀ ਕੋਈ ਵੀ ਸੇਵਾਵਾਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਹਰਮਨਜੋਤ ਸੋਢੀ ਜੀ ਨੂੰ ਉਹਨਾਂ ਦੇ ਨੰਬਰ ਦੇ ਉੱਤੇ ਕੰਟੈਕਟ ਕਰ ਸਕਦੇ ਹੋ। ਇਸ ਦੇ ਨਾਲ ਫਿਲਹਾਲ ਦਿਓ ਇਜਾਜ਼ਤ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।